ज्यों बुलावै त्यों बोलै स्वामी। कुदरत कवन हमारी, साध संग नानक जस गायो। जो प्रभ की अत प्यारी, साध संग नानक जस गायो। जो प्रभ की अत प्यारी, बाणी गुरु गुरु है बाणी। विच बाणी अमृत सारे, गुर बाणी कहे सेवक जन मानै। परतख गुरु निस्तारे, बाणी बिरलो विचारसी। जे को गुरमुख होए, एह बाणी महापुरख की। निज घर वासा होए, परम सन्मान योग जुगो हो जुग अटल। चवर छत्र तख्त दे मालिक, सर्ब सांझी वालता दे प्रतीक। धन 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 साहिब सतगुरु श्री गुरु ग्रंथ साहिब महाराज सच्चे पातशाह जी दे सजे हुए पवित्र पावन गुरु के शाम वेले दे गुर दरबार, जो सतगुरु गुरु ग्रंथ साहिब महाराज तिन्हां दे पहले प्रकाश दिहाड़े नूं समर्पित सिख संगतां वल्लों गुरु दरबार सजे हन। सो अमृत वेले तो ही आप संगतां ने गुरु दरबार दीयां हाज़रियां भरदियां होयां तन मन धन करके गुरु दरबार दीयां सेवावां विच हिस्सा पाया है। सतगुरु जी आप सरबत संगतां दीयां हाज़रियां अर्पण कीतियां होईयां तिल फुल भेटावां कीतियां होईयां सेवावां सतगुरु अपने दर कबूल फरमाउण। दरों घरों गुरसिੱਖੀ जीवन नाम बाणी दी दात, सेवा सिमरन गुरबाणी पढ़न सुन कंठ करन दा सतगुरु चाओ बख्शिश करके नवाजन। सेवादार दी सतगुरां दे चरनां विच सरबत संगतां दे लई ये अरदास है। जिथे सन्मानयोग गुरु दरबार दे कीर्तनीय जथियां ने आप संगतां नूं गुरबाणी कीर्तन राहीं गुरु जस सरवण करवा गुरु चरनां दे नाल जोड़िया। उपरंत साध संगत जी समा मिलिया गुरबाणी दी विचार नाल जुड़न दा। सो आओ गुरु ग्रंथ साहिब महाराज दी बख्शिश किरपा दा सदका आपां धन गुरु ग्रंथ साहिब महाराज जी दे पहले प्रकाश दिहाड़े दे संदर्भ विच जो सतगुरु साहिब जी दे दर घर दा इतिहास है, बकायदा गुरु ग्रंथ साहिब महाराज जी दा भी इतिहास है। बैक विच भी किस किस कदर पोथा साहिब गुरु ग्रंथ साहिब महाराज जी की संपादना हुई है, ये भी एक इतिहास है। सो आओ आपां रल मिल के मिले हुए समय की हद अंदर रहिंदियां होइयां इतिहासक विचारां दे नाल जुड़ना है।
ਸੋ ਵਿਚਾਰਾਂ ਦੀ ਸਾਧ ਸੰਗਤ ਜੀ, ਆਰੰਭਤਾ ਤੋਂ ਪਹਿਲਾਂ ਇੱਕ ਵਾਰ ਸਰਬੱਤ ਸੰਗਤਾਂ ਜੋ ਵੀ ਦੂਰੋਂ ਨੇੜਿਓਂ ਚੱਲ ਗੁਰੂ ਮਹਾਰਾਜ ਜੀ ਦੇ ਗੁਰਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜਾਂ ਇਸ ਦੇ ਨਾਲ ਆਪ ਜੀ ਇੰਟਰਨੈਟ ਮਾਧਿਅਮ ਰਾਹੀਂ ਟੈਲੀਵਿਜ਼ਨ, YouTube, Facebook ਪੇਜ ਦੇ ਰਾਹੀਂ ਵੀ ਦੂਰ ਦਰਾਡੇ ਘਰਾਂ ਵਿੱਚ ਦੋਨੋਂ ਵੇਲੇ ਗੁਰੂ ਦਰਬਾਰ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਦੀ ਮਹਿਮਾ, ਗੁਰੂ ਕਾ ਜਸ ਸਰਵਨ ਕਰ ਆਪਣੇ ਜੀਵਨ ਨੂੰ ਸਫਲ ਕਰਦੇ ਹੋ। ਸੋ ਗੁਰਦੁਆਰਾ ਸਾਹਿਬ ਦੇ ਵਿੱਚੋਂ ਆਪ ਸੰਗਤਾਂ ਤੱਕ ਜਿੱਥੋਂ ਤੱਕ ਵੀ ਆਵਾਜ਼ ਪਹੁੰਚ ਰਹੀ ਹੈ, ਸਾਰੇ ਹੀ ਕਰੋ ਖੇਚਲ, ਗੁਰੂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਲਵਾਓ ਹਾਜ਼ਰੀਆਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰ ਵਾਲਿਓ, ਸਵੇਰ ਦੇ ਦੀਵਾਨਾਂ ਵਿੱਚ ਆਪਾਂ ਰਲ ਮਿਲ ਕੇ ਇੱਥੋਂ ਤੱਕ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਵਿਚਾਰ ਨੂੰ ਸਰਵਣ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਦੇ ਤਾਰਨਹਾਰ, ਜਿਨ੍ਹਾਂ ਦਾ ਪ੍ਰਕਾਸ਼ 1469 ਦੇ ਵਿੱਚ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਕੱਲ੍ਹ ਅਸੀਂ ਸ਼੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਸ਼ਰਧਾ ਸਤਿਕਾਰ ਅਦਬ ਨਾਲ ਯਾਦ ਕਰਦੇ ਹਾਂ, ਇਸ ਪਾਵਨ ਧਰਤੀ ਤੇ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਨਾਲ ਹੀ ਸਿੱਖ ਕੌਮ ਦਾ ਜਨਮ ਵੀ ਇਸ ਜਗਤ ਜਲੰਦੇ ਵਿੱਚ ਹੋਇਆ ਹੈ। ਕਿਉਂਕਿ ਅਸੀਂ ਗੁਰੂ ਸਾਹਿਬ ਜੀ ਦੇ ਨਾਦੀ ਪੁੱਤਰ ਹਾਂ। ਗੁਰੂ ਸਾਹਿਬ ਜੀ ਦੇ ਫਲਸਫੇ ਵਿਚਾਰ ਧਾਰਾ ਦੇ ਨਾਲ ਹੀ ਇੱਕ ਧਰਮ ਦਾ, ਇੱਕ ਕੌਮ ਦਾ ਜਨਮ ਵੀ ਇਸ ਦੁਨੀਆ ਦੇ ਖਿੱਤੇ ਵਿੱਚ ਬਾਕੀ ਕੌਮਾਂ ਦੀ ਤਰ੍ਹਾਂ ਹੋਇਆ ਹੈ। ਇਸੇ ਕਰਕੇ ਅਸੀਂ ਸਿੱਖ ਪੰਥ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿ ਕੇ ਯਾਦ ਕਰਦੇ ਹਾਂ, ਕਿਉਂਕਿ ਕੌਮ ਦੇ ਉਹ ਬਾਨੀ ਨੇ, ਕੌਮ ਦੀ ਥਾਪਨਾ ਉਹਨਾਂ ਨੇ ਕੀਤੀ ਹੈ। ਪਿਆਰ ਵਾਲਿਓ, ਸਤਿਗੁਰੂ ਸਾਹਿਬ ਜੀ ਦੇ ਬਾਬਤ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਰਾਂ ਦੇ ਬੜੇ ਪ੍ਰੀਤਕਾਰੀ ਬੋਲ ਨੇ, ਬਚਨ ਨੇ। ਬਾਬਾ ਜੀ ਨੇ ਜਦੋਂ ਜਗਤ ਜਲੰਦੇ ਨੂੰ ਵਹਿਮਾਂ ਭਰਮਾਂ ਪਖੰਡਾਂ ਕਰਮਾਂ ਕਾਂਡਾਂ ਦੇ ਵਿੱਚ ਸੜਦੇ ਹੋਏ ਲੁਕਾਈ ਦੇ ਮਨੁੱਖਤਾ ਨੂੰ, ਜੀਵਾਂ ਨੂੰ ਡਿਠਾ ਹੈ ਨਾ ਬਾਬਾ ਜੀ ਨੇ, ਤੇ ਬਾਬਾ ਜੀ ਨੇ ਇਹ ਨਹੀਂ ਕਿਹਾ ਵੀ ਲੋਕਾਂ ਦਾ ਆਪਣੀ ਇੱਕ ਲਾਈਫ ਹੈ, ਆਪਣਾ ਜੀਵਨ ਹੈ, ਕੋਈ ਪਖੰਡ ਕਰੇ ਤੇ ਪਿਆ ਕਰੇ, ਸਾਨੂੰ ਕੀ, ਅਸੀਂ ਇਵੇਂ ਕਰਦੇ ਹਾਂ। ਸਾਡੇ ਨਾਲ ਜਾਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਬੰਦਾ ਭਰਮ ਵਿੱਚ ਪੈ ਜਾਏ, ਪਖੰਡ ਵਿੱਚ ਪੈ ਜੇ, ਕਰਮ ਕਾਂਡ ਦਾ ਸ਼ਿਕਾਰ ਹੋ ਜਾਵੇ, ਤੇ ਅਸੀਂ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਾਂ ਵੀ ਸਾਨੂੰ ਕੀ। ਪਰ ਜਿਸ ਸਤਿਗੁਰ ਨੂੰ ਅਸੀਂ ਅਦਬ ਸਤਿਕਾਰ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿ ਕੇ ਯਾਦ ਕਰਦੇ ਹਾਂ, ਉਹ ਐਸਾ ਨਹੀਂ ਕਹਿੰਦੇ ਵੀ ਸਾਨੂੰ ਕੀ ਹੈ, ਬਲਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋਈ ਵਹਿਮਾਂ ਭਰਮਾਂ ਪਖੰਡਾਂ ਕਰਮਾਂ ਕਾਂਡਾਂ ਵਿੱਚ ਪਿਆ ਹੈ, ਤੇ ਹਜ਼ੂਰ ਨੇ ਹਰ ਹੀਲਾ ਉਸ ਨੂੰ ਵਹਿਮ ਭਰਮ ਪਖੰਡ ਵਿੱਚੋਂ ਕੱਢਣ ਦੇ ਲਈ ਹਰ ਹੀਲਾ ਵਰਤਿਆ ਹੈ। ਭਾਈ ਗੁਰਦਾਸ ਜੀ ਹੁਰਾਂ ਦੇ ਜਿਹੜੇ ਬਚਨ ਨੇ, ਉਹਨਾਂ ਦੀਆਂ ਵਾਰਾਂ ਵਿੱਚੋਂ ਇੱਕ ਪੌੜੀ ਰੂਪ ਵਿੱਚ ਉਹ ਇਸ ਗੱਲ ਦੀ ਹਾਮੀ ਭਰਦੇ ਨੇ। ਭਾਈ ਜੀ ਲਿਖਦੇ ਨੇ ਕਿ ਬਾਬਾ ਦੇਖੈ ਧਿਆਨ ਧਰ, ਇੱਥੇ ਬਾਬਾ ਤੋਂ ਮੁਰਾਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਯਾਰ ਪੀਰ ਜਗਤ ਗੁਰ ਬਾਬਾ, ਗੁਰੂ ਸਾਹਿਬ ਨੂੰ ਅਦਬ ਸਤਿਕਾਰ ਨਾਲ ਸ਼੍ਰੀਮਾਨ ਭਾਈ ਗੁਰਦਾਸ ਜੀ ਬਾਬਾ ਲਕਬ ਨਾਲ ਵੀ ਯਾਦ ਕਰਦੇ ਨੇ, ਸੰਬੋਧਨ ਹੁੰਦੇ ਨੇ। ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ। ਪ੍ਰਿਥਵੀ ਤੋਂ ਭਾਵ ਲੁਕਾਈ, ਲੁਕਾਈ ਤੋਂ ਭਾਵ ਜਿਹੜੇ ਧਰਤੀ ਦੇ ਉੱਤੇ ਰਹਿਣ ਵਾਲੇ ਖਲਕਤ ਲੋਕ ਇਨਸਾਨ ਸਨ। ਬਾਬਾ ਜੀ ਨੇ ਜਦੋਂ ਧਿਆਨ ਮਾਰ ਕੇ ਵੇਖਿਆ ਹੈ ਨਾ,
ते की नज़र आया जलती सा पृथ्वी दिस आई, बाजों गुरु गुबार है। गुरु तो बिना मनुखता दे अंदर हनेरा जिहड़ा ना कुप हनेरा, मस्या दी काली बोली रात वांगू हनेरा छाया होया है। गुरु मनुखता नू हनेरे दे विचों कढदा है। गुरु शब्द दे जिहड़े अखरी अर्थ ने वो भी यह बनते ने कि जीव आत्मा नू हनेरे दे विचों बाहर कढ़न वाला ज्ञान दा उपदेश बख्शिश करके गुरु रूह नू आत्मा नू अज्ञानता दे हनेरे विचों चानन सोझी बख्शण वाला गुरु। भाई साहब जिक्र करते हैं कि बाबा देखे ध्यान धर जलती सा पृथ्वी दिस आई, बाजों गुरु गुबार है कर दी सुनी लुकाई। जदों खलकत विच हाहाकार मची हुई सी ना, वहम होया, भरम होया, पखंड होया, गुरमुखो इहदा मनुख वागुरू ना करे। जदों शिकार हो जाता है ना बंदा, ते ये सच्चाई है कि बंदे दे अंदर बड़ी तड़थली मचदी है। परिवारां दे विच बड़ा कलेश हाहाकार मच जाती है। ये नहीं कि दुख सरीरक तौर ते बंदे दे उत्ते आउण ते बंदा दुखी हुंदा है। किते किते वहम भरम पखंड कर्म कांड रूप दुख जदों बंदे नूं घेरा पा लैंदे है ते बंदा उदों भी दुखी हो जाता है। भाई साहब जिक्र कर रहे ने कि बाबा देखे ध्यान तर जलती सा पृथ्वी दिस आई, बाजों गुरु गुबार है कर दी सुनी लुकाई। बाबे भेख बनाया उदासी की रीत चलाई, चढ़िया सोधन धरत लुकाई। महाराज ने नहीं कहा भी जो लोग वहम भरम कर रहे ने ते पै करन सानू की, नहीं। ਉਹ ਲੁਕਾਈ ਦਾ ਸੁਧਾਰ ਕਰਨ ਵਾਸਤੇ ਭਾਵ ਮਨੁੱਖਤਾ ਨੂੰ ਵਹਿਮਾਂ ਭਰਮਾਂ ਪਖੰਡਾਂ ਕਰਮਾਂ ਕਾਂਡਾਂ ਵਿੱਚੋਂ ਸਤਿਗੁਰੂ ਕੱਢਣ ਤੁਰੇ ਨੇ। ਤੇ ਵੇਖੋ ਜਿੱਥੇ ਜਿੱਥੇ ਵੀ ਹਜ਼ੂਰ ਜਾਂਦੇ ਨੇ, ਮਨੁੱਖਤਾ ਦੇ ਅੰਦਰ ਆ ਚੁੱਕੀ ਕਮਜ਼ੋਰੀ ਨੂੰ ਸਤਿਗੁਰੂ ਸ਼ਬਦ ਦੇ ਦੁਆਰਾ ਦੂਰ ਕਰਦੇ ਨੇ। ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਨਾ, ਇਤਿਹਾਸਕ ਘਟਨਾਵਾਂ ਨੂੰ ਪੜ੍ਹਦਿਆਂ ਸੁਣਦਿਆਂ ਸਾਖੀਆਂ ਨੂੰ, ਵੀ ਬਾਬਾ ਜੀ ਜਦੋਂ भाई सज्जन की धर्मशाला विच सराम विच पुजे ने ते गुरु साहब ने उत्थे गुरबाणी दे कीर्तन राही ये बचन गाविया सी कि उज्जल कहियां चिलकना घोट मकालड़ी मस, धोतियां झूठ ना उतरै जे सो धोवां, तिस सज्जन सेई नाल मैं चलदियां नाल चलन, जिथे लेखा मंगिया तिथे खड़े दसन। गुरु ने जिथे जिथे भी जाके मनुखता दे जीवन विच आ चुकी खड़ोत नूं दूर कीता है ते शब्द दे द्वारा बाणी दे द्वारा ही कीता है। भाई सज्जन जिहड़ा ठगी दा जिहदी जिंदगी दा आधार बन चुका सी, गुरु दे एक बचन दे द्वारा उन्हें ठगी छड्ड के गुरु दे निमाणा सिख होना अपने आप नूं कबूल कर लिया है। सुधार कीता है गुरु साहब ने शब्द दे द्वारा। ते फिर वेखो जिथे जिथे भी हजूर खलकत दा उधार करन वास्ते विचरे ने, जगत जलंदे दा भला करदियां होया, जे कोई रब दे प्यारे रब्बी भगत महापुरख गुरु साहब दे समकाली जां गुरु साहब दे काल तो पहलां भी हो गुजरे ने ना, उन्हां ने मनुखता दे भले हित बाणी रूप विच जिहड़ा उपदेश खलकत दे सामने रखिया सी भी लोको वहम भरम पखंड छड्डो, एक रब दी प्रेमा भगती नूं अपने जीवन दा आधार बनाओ। गुरु साहब ने थां पर थां जाके जिथे जिथे भी कोई रब दे घर दा होका देन वाला रब्बी महापुरख दे बाबत पता चलिया है ना, जे बनारस हजूर पुजदे ने ते बनारस दी धरती दे भगत कबीर साहब महापुरख ते भगत रविदास महाराज जमपल ने, उन्हां दे प्रवचनां नूं, उन्हां दे उपदेश नूं, उन्हां दे पवित्र पावन कलाम नूं हजूर ने अपने कोल
ਪੋਥਾ ਸਾਹਿਬ ਅੰਦਰ ਲਿਖ ਲਿਆ ਹੈ। ਸੋ ਇਸ ਤਰ੍ਹਾਂ 15 ਭਗਤਾਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੇ ਬੋਲ ਨੇ ਬਾਣੀ ਰੂਪ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਮੌਜੂਦ ਨੇ, ਉਸ ਸਮੁੱਚੀ ਗੁਰਬਾਣੀ ਨੂੰ ਹਜ਼ੂਰ ਨੇ ਆਪ ਆਪਣੇ ਹੱਥੀਂ ਇਕੱਤਰ ਕੀਤਾ ਹੈ। ਤੇ ਵੇਖੋ ਕਿੰਨੇ ਭਾਗਾਂ ਵਾਲੇ ਆ ਅਸੀਂ ਆਪਣੇ ਆਪ ਨੂੰ ਮੰਨ ਸਕਦੇ ਹਾਂ ਵੀ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਰੂਪ ਵਿੱਚ ਗੁਰੂ ਬਖਸ਼ਿਸ਼ ਕੀਤਾ ਹੈ ਨਾ, ਜਿਹਦੇ ਲੜ ਕੌਮ ਨੂੰ ਲਾਇਆ ਹੈ। ਸਦਕੇ ਜਾਈਏ ਗੁਰੂ ਸਾਹਿਬਾਨਾਂ ਨੇ ਆਪਣੀ ਸਰੀਰਕ ਹਯਾਤੀ ਵਿੱਚ ਆਪਣੇ ਹੱਥੀਂ ਬਾਣੀ ਇਕੱਤਰ ਕੀਤੀ ਹੈ, ਆਪ ਬਾਣੀ ਉਚਾਰਨ ਕੀਤੀ ਹੈ ਤੇ ਆਪ ਉਸ ਬਾਣੀ ਨੂੰ ਸੰਭਾਲਿਆ। ਆਪਣੇ ਹੱਥੀਂ ਸਮੁੱਚੀ ਗੁਰਬਾਣੀ ਨੂੰ ਪੋਥਾ ਸਾਹਿਬ ਦੇ ਰੂਪ ਵਿੱਚ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਸਿੱਖਾਂ ਦੇ ਕੋਲੋਂ ਲਿਖਵਾਇਆ ਵੀ ਹੈ। ਦੁਨੀਆ ਵਿੱਚ ਬੜੀਆਂ ਅਵਲ ਦਰਜੇ ਦੀਆਂ ਕੌਮਾਂ ਹੋਈਆਂ ਨੇ। ਈਸਾਈਅਤ ਹੈ। ਈਸਾ ਜੀ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਈਸਾ ਜੀ ਨੂੰ ਪਿਆਰ ਕਰਨ ਵਾਲਿਆਂ ਨੇ ਉਹਨਾਂ ਦੇ ਪ੍ਰਵਚਨਾਂ ਨੂੰ, ਜਿੰਨੇ ਕੁ ਉਹਨਾਂ ਨੂੰ ਜ਼ਬਾਨੀ ਕਲਾਮੀ ਯਾਦ ਸਨ, ਉਹਨਾਂ ਦੇ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਢੇਰ ਚਿਰ ਸਮਾਂ ਬਾਅਦ ਵਿੱਚ ਉਹਨਾਂ ਦੇ ਪ੍ਰਵਚਨਾਂ ਨੂੰ ਈਸਾ ਜੀ ਨੂੰ ਪਿਆਰ ਕਰਨ ਵਾਲਿਆਂ ਨੇ ਇਕੱਤਰ ਕਰਕੇ ਬਾਈਬਲ ਰੂਪ ਵਿੱਚ ਗ੍ਰੰਥ ਦੀ ਸੰਪਾਦਨਾ ਕੀਤੀ ਹੈ। ਇਸੇ ਤਰ੍ਹਾਂ ਇਸਲਾਮੀ ਦੁਨੀਆ ਹੈ, ਇਸੇ ਤਰ੍ਹਾਂ ਸਾਡਾ ਗਵਾਂਢੀ ਧਰਮ ਹਿੰਦੂ ਧਰਮ ਹੈ। ਦੁਨੀਆ ਦੇ ਅੰਦਰ ਪੀਰ ਪੈਗੰਬਰ ਔਲੀਏ ਅਵਤਾਰ ਸਮੇਂ-ਸਮੇਂ ਤੇ ਆਏ ਨੇ। ਜਿੰਨੀਆਂ ਵੀ ਕੌਮਾਂ ਦੇ ਕੋਲ ਧਾਰਮਿਕ ਗ੍ਰੰਥ ਨੇ, ਕਿਸੇ ਵੀ ਪੈਗੰਬਰ ਨੇ ਆਪਣੇ ਹੱਥੀਂ ਉਸ ਗ੍ਰੰਥ ਦੀ ਸੰਪਾਦਨਾ ਨਹੀਂ ਕੀਤੀ। ਉਹਨਾਂ ਦੇ ਤੁਰ ਜਾਣ ਤੋਂ ਬਾਅਦ, ਸਮਾਂ ਬੀਤ ਜਾਣ ਤੋਂ ਬਾਅਦ ਉਹਨਾਂ ਦੇ ਜਿਹੜੇ ਕਲਾਮ ਆ, ਉਹਨਾਂ ਦੇ ਜਿਹੜੇ ਬਚਨ ਆ, ਕਿਸੇ ਨਾ ਕਿਸੇ ਰੂਪ ਗ੍ਰੰਥ ਰੂਪ ਵਿੱਚ ਉਹ ਦੁਨੀਆ ਦੇ ਸਾਹਮਣੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਅਨੁਯਾਈਆਂ ਨੇ ਸੰਭਾਲੇ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਬਤ ਐਸਾ ਨਹੀਂ ਹੈ, ਬਲਕਿ ਗੁਰੂ ਸਾਹਿਬਾਨਾਂ ਨੇ ਆਪਣੇ ਹੱਥੀਂ ਬਾਣੀ ਇਕੱਤਰ ਕੀਤੀ ਹੈ ਤੇ ਆਪ ਕੋਲ ਬੈਠ ਕੇ ਆਪਣੀ ਹਾਜ਼ਰੀ ਵਿੱਚ ਉਸ ਸਮੁੱਚੀ ਗੁਰਬਾਣੀ ਨੂੰ ਸਿਲਸਿਲੇ ਵਾਈਜ਼ ਤਰਤੀਬਵਾਰ ਢੰਗ ਦੇ ਨਾਲ ਆਪਣੇ ਪਤਵੰਤੇ ਗੁਰਸਿੱਖਾਂ ਦੇ ਕੋਲੋਂ ਪੋਥਾ ਸਾਹਿਬ ਗ੍ਰੰਥ ਸਾਹਿਬ ਦੇ ਅੰਦਰ ਲਿਖਵਾਇਆ ਹੈ। ਆਪਣੀ ਹਾਜ਼ਰੀ ਵਿੱਚ ਸਰੀਰਕ ਹਜਾਤੀ ਦੇ ਹੁੰਦਿਆਂ ਇਹ ਭਾਗਾਂ ਵਾਲੀ ਬਾਤ ਹੈ। ਸੋ ਮੈਂ ਅਰਜ਼ ਕਰ ਰਿਹਾ ਸਾਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਜਲੰਦੇ ਵਿੱਚ ਥਾਂ ਪਰ ਥਾਂ ਵਿਚਰ ਕੇ ਆਪਣੇ ਬਚਨਾਂ ਨੂੰ, ਭਗਤ ਸਾਹਿਬਾਨਾਂ ਦੇ ਬਚਨਾਂ ਨੂੰ ਇਕੱਤਰ ਕੀਤਾ ਹੈ। ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਰਾਵੀਓਂ ਪਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਭਪੁਰ ਪਿਆਨਾ ਕਰਨ ਦਾ ਵਕਤ ਆਇਆ ਹੈ ਤੇ ਸਮੁੱਚਾ ਬਾਣੀ ਦਾ ਜਿਹੜਾ ਖਜ਼ਾਨਾ ਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਸੌਂਪ ਦਿੱਤਾ ਹੈ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਪ੍ਰਭਪੁਰ ਪਿਆਨੇ ਤੋਂ ਪਹਿਲਾਂ ਸਮੁੱਚਾ ਗੁਰਬਾਣੀ ਦਾ ਖਜ਼ਾਨਾ, ਜਿਹਦੇ ਵਿੱਚ ਭਗਤਾਂ ਦੀ ਬਾਣੀ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਨੇ ਔਰ ਗੁਰੂ ਅੰਗਦ ਸਾਹਿਬ ਮਹਾਰਾਜ ਪਾਤਸ਼ਾਹ ਦਾ ਆਪਣਾ ਪਵਿੱਤਰ ਪਾਵਨ ਉਪਦੇਸ਼ ਹੈ। ਇਹ ਸਮੁੱਚਾ ਖਜ਼ਾਨਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੌਂਪ ਕੇ ਤੇ ਆਪ ਪ੍ਰਭਪੁਰ ਪਿਆਨਾ ਕਰ ਗਏ ਨੇ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਗਿਆ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਣੀ ਧੰਨ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੋਂ ਸਮੁੱਚੀ ਗੁਰਬਾਣੀ ਦਾ ਖਜ਼ਾਨਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੱਕ ਪੁੱਜਿਆ ਹੈ। ਇਹ ਵੇਲਾ ਉਹ ਸੀ ਜਦੋਂ ਪਿਆਰ ਵਾਲਿਓ ਬਾਬਾ ਪਿਰਥੀ ਚੰਦ ਰੁੱਸ ਕੇ ਤੇ ਹੇਰਾ ਨਗਰ ਜਿਹੜਾ ਲਾਹੌਰ ਦੇ ਲਾਗੇ ਹੈ, ਇਹ ਉੱਥੇ ਜਾ ਬੈਠਾ। ਬਾਬਾ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਇਹ ਅਵਲ ਦਰਜੇ ਦਾ ਕਵੀ ਸੀ। ਆਪਣੇ ਬਾਪ ਦੀ ਚੁੱਕਣਾ ਵਿੱਚ ਆ ਕੇ ਕਹਿ ਲਓ, ਬਾਬੇ ਮਿਹਰਬਾਨ ਨੇ ਵੀ ਕਵਿਤਾ ਲਿਖਣੀ ਤੇ ਕਵਿਤਾ ਲਿਖਣ ਲੱਗਿਆਂ ਅਖੀਰ ਵਿੱਚ ਜਾ ਕੇ ਨਾ
जदों कविता की समाप्ति करनी है तो उत्थे नानक नाम पद जिहड़ा शब्द है ना, नानक पद, कविता के अखीर विच नानक पद वरतना शुरू करता। ये इसलिए शुरू किया बई एक तां संगतां विच प्रभाव जावे भी मेहरबान भी बाणी रच लैंदा है, इनू भी बाणी उतरदी है। दूजी गल ये सी भी संगतां दे विच भरम भुलेखा पाया जाए, संगतां नूं पता ही ना चले भी गुरु की बाणी किहड़ी है ते कच्ची रचना किहड़ी है। हुण भी तुसीं वेखो ना, पिंडां नगरां विच जदों विआहां शादियां दे घरां विच कार्ड आउंदे है, तुसीं 1000 कार्ड चुको, 1000 कार्ड पिछे 999 विआह दे कार्डां दे उत्ते लिखिया हुंदा है सतगुर दाते काज रचाया, अपनी मेहर कराई, दासां कारज आप सवारे, ये उस दी वडियाई। लगदा है ना बाणी वर्गा शैली भी नाप तोल, पर यह बाणी नहीं है। इसे तरह बाबा मेहरबान भी जदों कविता लिखदा है ते बाणी दी तर्ज दे उत्ते बाणी वर्गा उहदा नाप लै चाल तोल इनू ध्यान च रख के तां जो भुलेखा खड़ा होवे। मैं बेनती कीती सी सवेर दे दीवानां विच भी काबल तो प्यार वालिओ संगत आई है गुरु साहब पंजवें पातशाह सतगुरां दे दर्शनां दे लई। उन्हां वेलिਆਂ ਵਿੱਚ संगत जदों गुरु दरबार दर्शनां ਨੂੰ ਆਉਂਦੀ ਹੁੰਦੀ ਸੀ ਤੇ ਗਲ ਵਿੱਚ ਢੋਲਕੀ ਪਾ ਖੜਤਾਲਾਂ ਛੈਣਿਆਂ ਦੇ ਨਾਲ ਜੋਟੀਆਂ ਦੇ ਰੂਪ ਵਿੱਚ ਬਾਣੀ ਪੜ੍ਹਦੇ ਆਉਣਾ। ਹੁਣ ਤਾਂ ਅਸੀਂ ਸੰਗ ਜਾਂਦੇ ਆ ਨਾ, ਉਦੋਂ ਸਿੱਖ ਸੰਗਤਾਂ ਬਾਣੀ ਨੂੰ ਗਾਉਣ ਵਿੱਚ ਬਾਣੀ ਨੂੰ ਪੜ੍ਹਨ ਵਿੱਚ ਝਿਜਕ ਨਹੀਂ ਸੀ ਮਹਿਸੂਸ ਕਰਦੀਆਂ। गुरु साहब हरमंदर साहब विच विराजमान ने बाबा बुढ़ा जी, भाई गुरदास ते पतवंते गुरसिख होर भी सतगुरां दी संगत विच विराजमान सन। आउण वाली संगत बाणी दे भुलेखे, बाणी जाण के भुलेखे नाल कच्ची रचना नूं बाणी समझ के संगत गाउंदी आ रही है। गुरु साहब ने जदों आउंदी संगत नूं ये रचना कच्ची नूं गाउंदियां सुनिया ते उन्हां ने भाई गुरदास जी वाल तकिया ते भाई गुरदास जी समझ गए भी गुरु साहब की कहना चाहुंदे ने, इशारे मात्र। गुरु साहब ये कहना चाहुंदे ने भी भाई गुरदास जी संगत बाणी समझ के कच्ची रचना पढ़दी आ रही है, इन्हां नूं नहीं पता भी ये गुरु की रचना है जां कच्ची रचना है। इसलिए भाई जी समा ये आ गया भी हुण गुरु की जिहड़ी बाणी है उहनूं जुदा करिए, न्यारा करिए। मीणे बाबा पिरथी चंद दी वंश नूं कहा जाता है। सब तो पहला भाई साहब भाई गुरदास जी हुरां ने बाबा पिरथी चंद जी दे मुतलक शब्द वरतिया सी मीना। असी मीसना भी कह दिंदे आ, मिना भी कह दिंदे आ। जिहड़ा बंदा अंदरों होर होवे बाहरों चुस्त चलाकियां करदा, असी कहने बंदा बड़ा मीसना आ। श्रीमान भाई गुरदास जी ने पहली बार बाबा पिरथी चंद के मुतलक ये शब्द ये बचन वरतिया सी भी ये मीना है, ये दिल च कपट रखदा है गुरु साहब के मुतलक। तो उथों बाबा पिरथी चंद की जिहड़ी अंश बंस आ उहदे नाल ये मीना शब्द जिहड़ा आ वो प्रचलित हो गया। मेहरबान पुत्र पिरथीए दा कविश्री करे, कवि बड़ा अव्वल दर्जे दा सी, कविता लिख लैंदा सी और कविता लिखदियां ने कविता दे अखीर विच नानक पद ते जाके कविता दा एंड करना, इसलिए करना भी संगत विच दुविधा खड़ी हो जाए। सो पंजवें पातशाह महाराज संगत नूं इस तरह तक के भाई गुरदास जी नाल विचार करते हैं भी भाई गुरदास अजे तां असीं सरीरक तौर ते सलामत तां जे साडे हुंदियां ये तमाम लोग गुरु दरबार दे विरोधी ये यतन कर रहे ने, इसलिए सानू यतनशील होना चाहिए भी बाणी नूं जुदा करिए। ये मीणे चाह के भी विच मिलगोबा मिलावट ना कर सकन, एक कारण ये है। फिर गुरु साहब जी ने श्री रामसर साहब का मुकाम की चोण की। अज जदों श्री अमृतसर साहब आपां जाने आ
ਹੁਣ ਤਾਂ ਘੁੱਗ ਵਸ ਦੀ ਵਸੋਂ ਵਿੱਚ ਸ੍ਰੀ ਰਾਮਸਰ ਸਾਹਿਬ ਨਗਰ ਅੰਮ੍ਰਿਤਸਰ ਸਾਹਿਬ ਦਾ ਹੀ ਹਿੱਸਾ ਬਣ ਗਿਆ। ਉਹਨਾਂ ਵੇਲਿਆਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਾਮਸਰ ਸਾਹਿਬ ਥੋੜ੍ਹਾ ਜਿਹਾ ਹਟਵਾਂ ਬਾਹਰ ਸੀ, ਕਿਉਂਕਿ ਆਬਾਦੀ ਵੱਧਦੀ ਗਈ ਅਤੇ ਇਹ तमाम ਨਗਰ ਸ਼ਹਿਰ ਦੇ ਵਿੱਚ ਆ ਗਏ। ਪਰ ਉਸ ਵੇਲੇ ਇੱਕ ਨਵੇਕਲਾ ਇਕਾਂਤ ਹਟਵਾਂ ਸਥਾਨ ਸੀ ਸ੍ਰੀ ਰਾਮਸਰ ਸਾਹਿਬ ਦਾ, ਜਿੱਥੇ ਇਤਿਹਾਸਕਾਰ ਲਿਖਦੇ ਨੇ ਵੀ ਬੜੇ ਸੰਘਣੇ ਦਰਖਤਾਂ ਦੀ ਝਿੜੀ ਵੀ ਹੁੰਦੀ ਸੀ, ਪਾਣੀ ਦਾ ਟੋਭਾ ਵੀ ਹੁੰਦਾ ਸੀ, ਠੰਡਾ ਵਾਤਾਵਰਨ, ਸ਼ਾਂਤ ਵਾਤਾਵਰਨ, ਆਲਾ ਦਾਲਾ ਮਾਹੌਲ ਬੜਾ ਸ਼ਾਂਤ ਹੁੰਦਾ ਸੀ। ਕਿਉਂਕਿ ਜਦੋਂ ਕੋਈ ਲਿਖਣ ਪੜ੍ਹਨ ਦਾ ਕੰਮ ਕਰਨਾ ਹੈ ਨਾ, ਉਹਦੇ ਲਈ ਸ਼ਾਂਤੀ ਦਾ ਹੋਣਾ, ਇਰਦ ਗਿਰਦ ਵਾਤਾਵਰਨ ਦਾ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ। ਇਸ ਲਈ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸ੍ਰੀ ਰਾਮਸਰ ਸਾਹਿਬ ਦੇ ਮੁਕਾਮ ਦੀ ਚੋਣ ਕੀਤੀ ਵੀ ਇਸ ਜਗ੍ਹਾ ਦੇ ਉੱਤੇ ਸਮੁੱਚੀ ਗੁਰਬਾਣੀ ਨੂੰ ਤਰਤੀਬਵਾਰ ਢੰਗ ਦੇ ਨਾਲ ਪੋਥਾ ਸਾਹਿਬ ਦੇ ਅੰਦਰ ਦਰਜ ਕਰਵਾਉਣਾ ਹੈ। ਇਤਿਹਾਸਕਾਰ ਕਹਿੰਦੇ ਲਗਭਗ 2 ਵਰ੍ਹੇ 2 ਸਾਲ ਦਾ ਸਮਾਂ ਇਸ ਪਵਿੱਤਰ ਪਾਵਨ ਮੁਕਾਮ ਦੇ ਉੱਤੇ ਬਾਣੀ ਨੂੰ ਇਕੱਤਰ ਕਰਦਿਆਂ, ਤਰਤੀਬਵਾਰ ਢੰਗ ਦੇ ਨਾਲ ਲਿਖਵਾਉਂਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਸਮੁੱਚੀ ਗੁਰਬਾਣੀ ਦੇ ਲਿਖਣ ਦੀ ਸੇਵਾ ਕਰ ਰਹੇ ਨੇ, ਗੁਰੂ ਸਾਹਿਬ ਲਿਖਵਾ ਰਹੇ ਨੇ। ਤੋ ਇਸ ਤਰ੍ਹਾਂ ਇਹ ਸਮੁੱਚਾ ਕਾਰਜ ਚੱਲ ਰਿਹਾ ਸੀ। ਉਸ ਵੇਲੇ ਪਿਆਰ ਵਾਲਿਓ ਲਾਹੌਰ ਦੇ ਇਲਾਕੇ ਦੇ 4 ਮੰਨੇ ਪ੍ਰਮੰਨੇ ਕਵੀ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਕਾਨ੍ਹਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਕਰਕੇ ਆਇਆ ਹੈ। ਕਈ ਇਹਨਾਂ ਨੂੰ ਭਗਤ ਵੀ ਕਹਿੰਦੇ ਨੇ, 4 ਭਗਤ। ਪਰ ਜਦੋਂ ਭਗਤ ਦੀ ਪਰਿਭਾਸ਼ਾ ਵੇਖਾਂਗੇ ਤੇ ਇਹਨਾਂ ਦੀ ਰਚਨਾ ਜਦੋਂ ਇਹ ਆਪਣੀ ਰੱਖਦੇ ਨੇ ਤੇ ਫਿਰ ਉੱਥੇ ਫਰਕ ਪੈ ਜਾਂਦਾ ਹੈ ਵੀ ਭਗਤ ਦੀ ਅਵਸਥਾ ਬੜੀ ਉੱਚੀ ਹੈ। ਇਹ ਇੱਕ ਆਮ ਕਵੀ ਕਹਿ ਸਕਦੇ ਆਪਾਂ, ਪਰ ਭਗਤ ਦੀ ਕਸਵੱਟੀ ਦੇ, ਭਗਤ ਦੇ ਜੀਵਨ ਦੇ ਇਹ 4 ਹੀ ਕਾਨ੍ਹਾ, ਪੀਲੂ, ਛੱਜੂ, ਸ਼ਾਹ ਹੁਸੈਨ ਨੇੜੇ ਵੀ ਨਹੀਂ ਹੋਣਗੇ। ਸੋ ਇਹ ਵੀ ਸੁਣ ਕੇ ਵੀ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਇੱਕ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਨੇ। ਉਹਨਾਂ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਦੇ ਬੋਲ ਤੇ ਭਗਤਾਂ ਦੇ ਬਚਨਾਂ ਨੂੰ ਬਾਣੀ ਦੇ ਅੰਦਰ ਲਿਖਵਾ ਰਹੇ ਨੇ। ਇਹ ਸੁਣ ਕੇ ਇਹ 4 ਕਵੀ ਵੀ ਉਚੇਚੇ ਤੌਰ ਤੇ ਸ੍ਰੀ ਰਾਮਸਰ ਸਾਹਿਬ ਗੁਰੂ ਪੰਜਵੇਂ ਪਾਤਸ਼ਾਹ ਦੇ ਦਰਬਾਰ ਪੁੱਜੇ ਨੇ। ਇਹਨਾਂ ਆ ਕੇ ਮਹਾਰਾਜ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਹਾਡੇ ਮੁਤਲਕ ਸੁਣਿਆ ਵੀ ਤੁਸੀਂ ਇੱਕ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾ ਰਹੇ ਹੋ। ਮਹਾਰਾਜ ਕਹਿੰਦੇ ਵੀ ਤੁਸੀਂ ਠੀਕ ਸੁਣਿਆ। ਮਹਾਰਾਜ ਇਹ ਵੀ ਸੁਣਿਆ ਵੀ ਤੁਸੀਂ ਵੱਖ-ਵੱਖ ਬਰਾਦਰੀਆਂ, ਜਾਤਾਂ, ਖਿੱਤਿਆਂ, ਕਿੱਤਿਆਂ ਦੇ ਨਾਲ ਸੰਬੰਧ ਰੱਖਣ ਵਾਲੇ ਪ੍ਰਭੂ ਪਿਆਰੇ ਭਗਤਾਂ ਦੇ ਬੋਲਾਂ ਨੂੰ, ਬਚਨਾਂ ਨੂੰ ਵੀ ਇਹਦੇ ਅੰਦਰ ਥਾਂ ਦਿੱਤੀ ਹੈ। ਮਹਾਰਾਜ ਕਹਿੰਦੇ ਤੁਸੀਂ ਠੀਕ ਸੁਣਿਆ। ਸੋ ਇਸ ਲਈ ਮਹਾਰਾਜ ਵੀ ਅਸੀਂ ਵੀ ਆਪਣਾ ਕੁਝ ਕਲਾਮ, ਆਪਣੇ ਕੁਝ ਪ੍ਰਵਚਨ ਦਰਜ ਕਰਵਾਉਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਵੀ ਕੋਈ ਇਤਰਾਜ਼ ਨਹੀਂ, ਪਰ ਤੁਹਾਨੂੰ ਪਹਿਲਾਂ ਜਿਹੜੀ ਤੁਹਾਡੀ ਕੋਈ ਰਚਨਾ ਹੈ, ਕਲਾਮ ਹੈ, ਤੁਹਾਡਾ ਕੋਈ ਉਪਦੇਸ਼ ਹੈ, ਉਹ ਤੁਹਾਨੂੰ ਸੁਣਾਉਣਾ ਪਏਗਾ। ਜੇ ਤਾਂ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਤੇ ਗੁਰਬਾਣੀ ਦੀ ਕਸਵੱਟੀ ਤੇ ਉਹ ਖਰਾ ਉਤਰਦਾ ਹੋਇਆ ਤੇ ਅਸੀਂ ਦਰਜ ਕਰ ਲਵਾਂਗੇ, ਤੇ ਜੇ ਗੁਰਬਾਣੀ ਦੇ ਅਨੁਕੂਲ ਇਹ ਵਿਚਾਰ ਨਾ ਹੋਏ ਤੇ ਫਿਰ ਅਸੀਂ ਦਰਜ ਨਹੀਂ ਕਰਾਂਗੇ। ਸੋ ਇਸ ਲਈ ਗੁਰੂ ਸਾਹਿਬ ਦੀ ਆਗਿਆ ਪਾ ਕੇ, ਗੁਰੂ ਸਾਹਿਬ ਦੇ ਹੁਕਮ ਨਾਲ ਇਹਨਾਂ ਚੌਹਾਂ ਨੇ ਆਪਣੀ ਵਿਚਾਰ ਗੁਰੂ ਸਾਹਿਬ ਦੇ ਸਾਹਮਣੇ ਰੱਖੀ। ਹੁਣ ਜੇ ਆਪਾਂ ਚੌਹਾਂ ਦਾ ਹੀ ਜ਼ਿਕਰ ਕਰਾਂਗੇ ਤੇ ਸਮਾਂ ਆਪਣੇ ਕੋਲ ਸੀਮਤ ਆ, ਪਰ ਮੈਂ ਸੰਖੇਪ ਰੂਪ ਵਿੱਚ ਇੱਕ ਕਵੀ ਦੇ ਵਿਚਾਰ ਆਪ ਸੰਗਤ ਨਾਲ ਸਾਂਝੇ ਕਰਕੇ ਆਪਾਂ ਇਤਿਹਾਸ ਦੀ ਇਸ ਵਿਚਾਰ ਨੂੰ ਅੱਗੇ ਰਵਾਨਗੀ ਇਸੇ ਤਰ੍ਹਾਂ ਬਰਕਰਾਰ ਰੱਖਣੀ ਹੈ। ਇਹਨਾਂ ਵਿੱਚੋਂ ਇੱਕ ਸੱਜਣ ਬੋਲਿਆ ਜੀ, ਕਾਗਦ ਸੰਧੀ ਪੂਤਲੀ ਤਉ ਨਾ ਤਿਰਿਆ ਨਿਹਾਰ, ਇਉਂ ਹੀ ਮਾਰ ਲਿਜਾਏਗੀ ਜਿਉਂ ਬਲੋਚਨ ਧਾਲ। ਇਹਦੇ ਅਰਥ ਸੀ ਬਈ ਇਸਤਰੀ ਭਾਵੇਂ ਕਾਗਜ਼ ਦੀ ਵੀ ਬਣੀ ਹੋਵੇ ਨਾ, ਉਹ ਵੀ ਐਵੇਂ ਲੁੱਟ ਖਸੁੱਟ ਲਿਜਾਂਦੀ ਹੈ ਜਿਵੇਂ ਬਲੋਚਿਸਤਾਨੀ ਡਾਕੂ।
ਹੁਣ ਤਾਂ ਨਹੀਂ, ਬਜ਼ੁਰਗ ਦੱਸਦੇ ਨੇ, ਕਿਉਂਕਿ ਲਹਿੰਦੇ ਪੰਜਾਬ ਵਿੱਚੋਂ ਬਜ਼ੁਰਗ ਆਏ ਸਨ। ਉਹ ਕਹਿੰਦੇ ਵੀ ਬਲੋਚਿਸਤਾਨ ਦਾ ਜਿਹੜਾ ਇਲਾਕਾ ਹੈ ਨਾ, ਉਸ ਇਲਾਕੇ ਦਾ ਜਿਹੜਾ ਡਾਕੂ ਆ ਬੜਾ ਮੰਨਿਆ ਪ੍ਰਮੰਨਿਆ, ਬੜੇ ਖਤਰਨਾਕ। ਸੋ ਇਹ ਸੱਜਣ ਗੁਰੂ ਸਾਹਿਬ ਦੇ ਸਾਹਮਣੇ ਵਿਚਾਰ ਰੱਖ ਰਿਹਾ ਵੀ ਇਸਤਰੀ ਭਾਵੇਂ ਕਾਗਜ਼ ਦੀ ਵੀ ਬਣੀ ਹੋਵੇ, ਉਹ ਇੰਨੀ ਖਤਰਨਾਕ ਆ, ਇਵੇਂ ਲੁੱਟ ਖਸੁੱਟ ਲਿਜਾਂਦੀ ਹੈ ਜਿਵੇਂ ਬਲੋਚਿਸਤਾਨੀ ਡਾਕੂ। ਸੱਚੇ ਪਾਤਸ਼ਾਹ ਹੱਸ ਪਏ ਤੇ ਹੱਸ ਕੇ ਉਸ ਸੱਜਣ ਨੂੰ, ਕਵੀ ਨੂੰ ਕਹਿਣ ਲੱਗੇ ਵੀ ਭਾਈ, ਇਸਤਰੀ ਦੇ ਬਾਬਤ ਤੁਹਾਡੇ ਇਸ ਤਰ੍ਹਾਂ ਦੇ ਨੀਵੇਂ ਦਰਜੇ ਦੇ ਵਿਚਾਰ ਨੇ। ਅੱਜ ਤੁਸੀਂ ਸਾਡੇ ਸਾਹਮਣੇ ਬਹਿ ਕੇ ਇੱਦਾਂ ਗੱਲਾਂ ਨਹੀਂ ਸੀ ਸਾਡੇ ਨਾਲ ਕਰ ਸਕਦੇ ਜੇ ਇਸਤਰੀ ਤੁਹਾਨੂੰ ਜਨਮ ਨਾ ਦਿੰਦੀ। ਤਾਂ ਸਾਡੇ ਨਾਲ ਤੁਸੀਂ ਤਾਂ ਗੱਲਾਂ ਕਰ ਰਹੇ ਹੋ। ਇਹ ਇਸਤਰੀ ਦੀ ਮਿਹਰਬਾਨੀ ਹੈ ਵੀ ਉਹਨੇ ਕੁੱਖ ਵਿੱਚ ਰੱਖ ਕੇ ਤੁਹਾਨੂੰ ਜਨਮ ਦਿੱਤਾ ਹੈ। ਤੇ ਕੀ ਸਾਨੂੰ ਦੱਸੋ ਵੀ ਜਦੋਂ ਤੁਸੀਂ ਘਰੋਂ ਤੁਰੇ ਸੋ ਮਾਂ ਰੂਪ ਵਿੱਚ, ਇਸਤਰੀ ਰੂਪ ਵਿੱਚ ਜਾਂ ਘਰ ਵਾਲੀ ਦੇ ਰੂਪ ਵਿੱਚ ਤੁਹਾਨੂੰ ਘਰੇ ਇਸਤਰੀ ਨਜ਼ਰ ਨਹੀਂ ਆਈ? ਇੰਨੇ ਭੈੜੇ ਖਿਆਲ, ਇਹ ਛਿੱਥੇ ਪੈ ਗਏ। ਗੁਰੂ ਸਾਹਿਬ ਨੇ ਇਹ ਬਚਨ ਕਹਿ ਦਿੱਤੇ ਵੀ ਨਹੀਂ, ਇਹ ਤੁਹਾਡੇ ਵਿਚਾਰ ਗੁਰੂ ਕੀ ਗੁਰਬਾਣੀ ਦੇ ਅਨੁਕੂਲ ਨਹੀਂ ਹੈ। ਇੱਥੇ ਤਾਂ ਇਸਤਰੀ ਨੂੰ ਸਤਿਕਾਰ ਅਦਬ ਮਾਣ ਦਿੱਤਾ ਜਾਂਦਾ ਹੈ ਵੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਹੜੀ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ, ਉਹਨੂੰ ਮੰਦਾ, ਉਹਨੂੰ ਮਾੜਾ ਕਿਉਂ ਕਹਿਣਾ ਹੈ? ਖੈਰ, ਇਹ ਗੁੱਸੇ ਹੋ ਕੇ ਨਾ ਜਾਂਦੇ ਹੋਏ ਰਾਮਸਰ ਸਾਹਿਬ ਦੇ ਮੁਕਾਮ ਤੋਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਭਰੇ ਦਰਬਾਰ ਵਿੱਚ ਧਮਕੀ ਵੀ ਦੇ ਕੇ ਗਏ ਵੀ ਮਹਾਰਾਜ ਅਸੀਂ ਤੁਹਾਨੂੰ ਵੇਖ ਲਾਂਗੇ। ਮਹਾਰਾਜ ਕਹਿੰਦੇ ਵੀ ਵੇਖ ਲਿਓ। ਖੈਰ, ਜਦੋਂ ਇਹ ਵਾਪਸ ਜਾ ਰਹੇ ਸਨ ਤੇ ਇਹਨਾਂ ਦੇ ਵਿੱਚੋਂ ਇੱਕ ਕਾਨ੍ਹਾ ਕਵੀ ਜਿਹੜਾ ਸੀ, ਇਤਿਹਾਸ ਕਹਿੰਦਾ ਵੀ ਵਾਪਸ ਜਾਂਦਿਆਂ, ਇਹ ਕਲਾਨੌਰ ਦੇ ਰਹਿਣ ਵਾਲਾ ਸੀ, ਜ਼ਿਲ੍ਹਾ ਗੁਰਦਾਸਪੁਰ। ਕਾਨ੍ਹਾ ਉੱਥੋਂ ਦਾ ਵਾਸੀ ਸੀ। ਇਹ ਚੰਦੂ ਦਾ ਚਾਚਿਓਂ ਬਾਬਿਓਂ ਭਰਾ ਵੀ ਲੱਗਦਾ ਸੀ ਕਾਨ੍ਹਾ। ਜਾਂਦਿਆਂ ਜਾਂਦਿਆਂ ਇਤਿਹਾਸਕਾਰ ਲਿਖਦੇ ਨੇ ਵੀ ਕਾਨ੍ਹੇ ਦਾ ਘੋੜਾ ਤਰਬਕਿਆ, ਇਹ ਘੋੜੇ ਤੋਂ ਡਿੱਗ ਪਿਆ, ਇਹਦਾ ਪੈਰ ਰਕਾਬ ਵਿੱਚ ਫਸ ਗਿਆ, ਘੋੜਾ ਇਹਨੂੰ ਤਰੀਕ ਕੇ ਦੂਰ ਤੱਕ ਲੈ ਗਿਆ, ਇਹ ਜ਼ਖਮੀ ਹੋ ਗਿਆ। ਇਹਨੂੰ ਜ਼ਖਮੀ ਨੂੰ ਚੁੱਕ ਚੁਕਾ ਕੇ ਕਲਾਨੌਰ ਲੈ ਗਏ। ਕੁਝ ਦਿਨਾਂ ਬਾਅਦ ਮੰਜੇ ਤੇ ਪੈ ਕੇ ਅਧਰੰਗ ਦੇ ਅਟੈਕ ਨਾਲ ਕਾਨ੍ਹਾ ਮਰ ਜਾਂਦਾ ਹੈ। ਇਹਦੇ ਨਾਲ ਦੀ ਜਿਹੜੀ ਬਾਕੀ ਟੀਮ ਸੀ, ਉਹਨਾਂ ਨੇ ਸੋਚਿਆ ਵੀ ਮੌਕਾ ਬੜਾ ਗਨੀਮਤ ਹੈ, ਭਾਵੇਂ ਕਾਨ੍ਹਾ ਮਰਿਆ ਅਧਰੰਗ ਦੇ ਅਟੈਕ ਨਾਲ ਹੈ, ਪਰ ਆਪਾਂ ਸਰਕਾਰੇ ਦਰਬਾਰੇ ਜਾ ਕੇ ਗੁਰੂ ਸਾਹਿਬ ਦੇ ਖਿਲਾਫ ਬਿਆਨ ਲਿਖਵਾਉਣਿਆ ਵੀ ਅਸੀਂ ਰਾਮਸਰ ਸਾਹਿਬ ਦੇ ਮੁਕਾਮ ਤੇ ਗੁਰੂ ਸਾਹਿਬ ਕੋਲ ਬਾਣੀ ਲਿਖਵਾਉਣ ਗਏ ਸਾਂ, ਉਹਨਾਂ ਨੇ ਸਾਡੀ ਬਾਣੀ ਲਿਖੀ ਨਹੀਂ, ਉੱਥੇ ਤੂੰ ਮੈਂ ਹੋ ਗਈ। ਅਸੀਂ ਵਾਪਸ ਆ ਰਹੇ ਸਾਂ, ਗੁਰੂ ਸਾਹਿਬ ਨੇ ਆਪਣੇ ਬੰਦੇ ਭੇਜੇ ਨੇ, ਉਹ ਕਾਨ੍ਹੇ ਦਾ ਕਤਲ ਕਰ ਗਏ ਨੇ। ਇਹਨਾਂ ਇੱਦਾਂ ਦਾ ਪ੍ਰੋਗਰਾਮ ਬਣਾ ਕੇ ਚੰਦੂ ਰਾਹੀਂ ਵਕਤ ਦੇ ਬਾਦਸ਼ਾਹ ਦੇ ਕੰਨ ਭਰੇ। ਸੋ ਖੈਰ, ਸਮੇਂ ਦਾ ਪਹੀਆ ਆਪਣੀ ਚਾਲੇ ਗੁਰੂ ਪਿਆਰ ਵਾਲਿਓ ਤੁਰਦਾ ਗਿਆ ਹੈ। ਅਕਬਰ ਬਾਦਸ਼ਾਹ ਸੀ ਉਸ ਵੇਲੇ, ਅਜੇ ਜਹਾਂਗੀਰ ਸਿੰਘਾਸਣ ਦੇ ਉੱਤੇ ਬਾਦਸ਼ਾਹਤ ਰੂਪ ਵਿੱਚ ਬਾਦਸ਼ਾਹ ਨਹੀਂ ਸੀ ਬਣ ਕੇ ਬੈਠਾ। ਇਹ ਜਿੰਨੀ ਵੀ ਬਾਬਰ ਦੀ ਪੀੜ੍ਹੀ ਚੱਲਦੀ ਹੈ, ਉਹਦੇ ਵਿੱਚੋਂ ਇੱਕ ਅਕਬਰ ਬਾਦਸ਼ਾਹ ਐਸਾ ਸੀ ਜਿਹੜਾ ਥੋੜ੍ਹਾ ਜਿਹਾ ਫਰਾਕ ਦਿਲੀ ਸੀ, ਜਿਹੜਾ ਇਉਂ ਕਹਿ ਲਓ ਵੀ ਕੰਨਾਂ ਦਾ ਕੱਚਾ ਨਹੀਂ ਸੀ ਵੀ ਕਿਸੇ ਨੇ ਕੰਨ ਵਿੱਚ ਜੋ ਕਹਿ ਦਿੱਤਾ ਤੇ ਉਹੀ ਮੰਨ ਲੈਣਾ। ਨਹੀਂ, ਸੁਣ ਸਾਰਿਆਂ ਦੀ ਲੈਂਦਾ ਸੀ, ਪਰ ਫਿਰ ਸੁਣ ਕੇ ਉਸ ਗੱਲ ਨੂੰ ਚਿੱਥਦਾ ਸੀ, ਵਿਚਾਰਦਾ ਸੀ ਵੀ ਇਹ ਗੱਲ ਇੱਦਾਂ ਹੋ ਸਕਦੀ ਹੈ ਜਾਂ ਨਹੀਂ। ਜਲਦਬਾਜ਼ੀ 'ਚ ਫੈਸਲੇ ਨਹੀਂ ਸੀ ਲੈਂਦਾ। ਇਹਨਾਂ ਨੇ ਜਦੋਂ ਗੁਰੂ ਸਾਹਿਬ ਦੇ ਖਿਲਾਫ ਸ਼ਿਕਾਇਤ ਵਕਤ ਦੇ ਬਾਦਸ਼ਾਹ ਦੇ ਦਰਬਾਰ 'ਚ ਲਿਖੀ, ਤੇ ਬਾਦਸ਼ਾਹ ਤਾਂ ਜਾਣ ਗਿਆ ਵੀ ਇਹ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਖਿਲਾਫ ਇਹ ਬੰਨ ਨੂੰ ਬੰਨ ਰਹੇ ਨੇ। ਗੱਲ ਐਸੀ ਨਹੀਂ ਹੈ, ਕਿਉਂਕਿ ਇਹਦੋਂ ਪਹਿਲਾਂ ਅਕਬਰ ਗੁਰੂ ਸਾਹਿਬ ਦੇ ਦਰਬਾਰ, ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਆ ਚੁੱਕਾ ਹੈ। ਉਹ ਗੁਰੂ ਦਰਬਾਰ ਦੀ ਵਿਚਾਰਧਾਰਾ ਨੂੰ ਜਾਣਦਾ ਹੈ। ਫਿਰ ਇਹਨਾਂ ਲੋਕਾਂ ਨੇ ਸ਼ਿਕਾਇਤ ਕੀਤੀ ਅਕਬਰ ਦੇ ਦਰਬਾਰ ਵਿੱਚ ਵੀ ਗੁਰੂ ਸਾਹਿਬਾਨਾਂ ਨੇ, ਗੁਰੂ ਪੰਜਵੇਂ ਪਾਤਸ਼ਾਹ ਨੇ ਇੱਕ ਗ੍ਰੰਥ ਸਾਹਿਬ ਪੋਥਾ ਸਾਹਿਬ ਦੀ ਸੰਪਾਦਨਾ ਕੀਤੀ ਹੈ,
ਉਹਦੇ ਵਿੱਚ ਉਹਨਾਂ ਨੇ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ, ਇਸਲਾਮ ਦੇ ਵੀ ਖਿਲਾਫ ਕੁਝ ਇਤਰਾਜ਼ਯੋਗ ਸ਼ਬਦ ਉਹਨਾਂ ਨੇ ਪੋਥਾ ਸਾਹਿਬ ਬਾਣੀ ਵਿੱਚ ਲਿਖੇ ਨੇ। ਇਹ ਵੀ ਸ਼ਿਕਾਇਤ ਹੋਈ। ਅਕਬਰ ਇਹ ਗੱਲ ਜਾਣਦਾ ਸੀ ਵੀ ਗੁਰੂ ਸਾਹਿਬ ਦੇ ਦਰਬਾਰ ਦੀ ਵਿਚਾਰਧਾਰਾ ਕੀ ਹੈ। ਅਕਸਰ ਉਹ ਬਾਦਸ਼ਾਹ, ਐਵੇਂ ਕੋਈ ਅਨਾੜੀ ਤਾਂ ਹੈ ਨਹੀਂ, ਪਰ ਫਿਰ ਵੀ ਸ਼ਿਕਾਇਤ ਕਰਨ ਵਾਲਿਆਂ ਨੂੰ ਉਹਨੇ ਧਰਵਾਸ ਦਿੱਤਾ ਵੀ ਮੈਂ ਆਵਾਂਗਾ, ਮੌਕਾ ਪਾ ਕੇ ਮੈਂ ਤੁਹਾਨੂੰ ਵੀ ਬੁਲਾ ਲਵਾਂਗਾ, ਗੁਰੂ ਸਾਹਿਬਾਨ ਦੇ ਦਰਬਾਰ ਵਿੱਚੋਂ ਵੀ ਸੱਦਾ ਦੇ ਕੇ ਸਤਿਗੁਰਾਂ ਦੇ ਨਾਮਵਾਰ ਸਿੱਖਾਂ ਨੂੰ ਬੁਲਾ ਕੇ ਤੁਹਾਨੂੰ ਬਿਠਾ ਕੇ, ਜੇ ਕੋਈ ਤੁਹਾਨੂੰ ਇਤਰਾਜ਼ਯੋਗ ਸ਼ਬਦ ਲੱਗਦਾ ਹੋਇਆ ਤੇ ਆਪਾਂ ਉੱਥੇ ਵਿਚਾਰ ਕਰ ਲਵਾਂਗੇ। ਇਤਿਹਾਸਕਾਰ ਲਿਖਦੇ ਨੇ ਵੀ 1606 ਦੇ ਆਰੰਭ ਵਿੱਚ ਜਦੋਂ ਅਕਬਰ ਬਿਲਕੁਲ ਅਖੀਰ ਉਮਰ ਦੇ ਕੁਝ ਬਾਕੀ ਗਿਣੇ ਚੁਣੇ ਉਹਦੇ ਦਿਨ ਰਹਿ ਗਏ ਸਨ, ਉਸ ਵੇਲੇ ਇਹ ਬਟਾਲੇ ਆਇਆ। ਇਹਨੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਸੁਨੇਹਾ ਭੇਜਿਆ ਆਪਣੇ ਅਹਿਲਕਾਰਾਂ ਰਾਹੀਂ ਵੀ ਮਹਾਰਾਜ ਤੁਹਾਡੇ ਖਿਲਾਫ ਕਿਸੇ ਨੇ ਸ਼ਿਕਾਇਤ ਕੀਤੀ ਹੈ, ਮੈਨੂੰ ਪਤਾ ਹੈ ਵੀ ਤੁਸੀਂ ਜਿਹੜਾ ਗ੍ਰੰਥ ਸਾਹਿਬ ਪੋਥਾ ਸਾਹਿਬ ਦੀ ਸੰਪਾਦਨਾ ਕੀਤੀ ਹੈ ਉਹਦੇ ਵਿੱਚ ਕੋਈ ਇੱਦਾਂ ਦੇ ਇਤਰਾਜ਼ਯੋਗ ਸ਼ਬਦ ਤੁਸੀਂ ਨਹੀਂ ਲਿਖ ਸਕਦੇ, ਪਰ ਸ਼ਿਕਾਇਤੀਆਂ ਨੇ ਸ਼ਿਕਾਇਤ ਕੀਤੀ ਹੈ, ਮੈਂ ਰਾਜਾ ਹਾਂ ਤੇ ਮੈਨੂੰ ਇਹਨਾਂ ਸ਼ਿਕਾਇਤੀਆਂ ਦੇ ਇਸ ਇਤਰਾਜ਼ ਦੇ ਉੱਤੇ ਮੈਂ ਤੁਹਾਨੂੰ ਅਰਜ਼ ਕਰਦਾ ਵੀ ਤੁਸੀਂ ਆਪਣੇ ਗੁਰਸਿੱਖਾਂ ਨੂੰ ਪੋਥਾ ਸਾਹਿਬ ਦੇ ਕੇ ਬਟਾਲੇ ਭੇਜ ਦਿਓ ਤੇ ਮੈਂ ਇੱਥੇ ਬੈਠ ਕੇ ਇਹਨਾਂ ਸ਼ਿਕਾਇਤੀਆਂ ਨੂੰ ਵੀ ਬੁਲਾ ਲਵਾਂਗਾ, ਬਚਨ ਪੜ੍ਹ ਕੇ ਸੁਣਾ ਦਿਆਂਗਾ, ਇਹਨਾਂ ਦੀ ਤਸੱਲੀ ਹੋ ਜਾਏਗੀ, ਖਾਤਰ ਹੋ ਜਾਏਗੀ। ਸੋ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ, ਪਤਵੰਤੇ ਗੁਰਸਿੱਖਾਂ ਦੇ ਹੱਥ ਗ੍ਰੰਥ ਸਾਹਿਬ ਪੋਥਾ ਸਾਹਿਬ ਬਟਾਲੇ ਭੇਜ ਦਿੱਤਾ। ਅਕਬਰ ਨੇ ਸ਼ਿਕਾਇਤੀਆਂ ਨੂੰ ਵੀ ਬੁਲਾ ਲਿਆ, ਇੱਕ ਸੋਹਣੀ ਤੰਬੂ ਲਾ ਕੇ ਵਿਛਾਈ ਕਰਕੇ ਜਲ ਦਾ ਛਿੜਕਾਅ ਕੀਤਾ, ਸੋਹਣਾ ਦਰਬਾਰ ਸਜਾ ਕੇ ਨਾ ਤਖਤ ਸਾਹਿਬ ਦੇ ਉੱਤੇ ਸ਼੍ਰੀਮਾਨ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਨੇ ਪੋਥਾ ਸਾਹਿਬ ਪ੍ਰਕਾਸ਼ਮਾਨ ਕਰ ਲਏ ਨੇ। ਸ਼ਿਕਾਇਤੀਏ ਵੀ ਆ ਗਏ। ਅਕਬਰ ਵੀ ਉਜੂ ਕਰਕੇ ਹੱਥ ਮੂੰਹ ਧੋ ਕੇ ਆ ਕੇ ਦਰਬਾਰ ਵਿੱਚ ਬੈਠ ਗਿਆ ਹੈ। ਸ਼ਿਕਾਇਤੀਆਂ ਨੂੰ ਅਕਬਰ ਨੇ ਕਿਹਾ ਹੈ ਬਈ ਤੁਹਾਡੀ ਸ਼ਿਕਾਇਤ ਸੀ, ਸ਼ਿਕਾਇਤ ਦੇ ਨਿਵਾਰਨ ਦੇ ਲਈ ਇਹ ਪਤਵੰਤੇ ਗੁਰਸਿੱਖ ਆਏ ਨੇ, ਇਹ ਹੁਣ ਤੁਹਾਨੂੰ ਪੋਥਾ ਸਾਹਿਬ ਦੇ ਵਿੱਚੋਂ ਕੁਝ ਕਲਾਮ, ਪ੍ਰਵਚਨ, ਉਪਦੇਸ਼ ਗੁਰੂ ਸਾਹਿਬਾਨਾਂ ਦਾ ਪੜ੍ਹ ਕੇ ਸੁਣਾਉਣਗੇ, ਤੁਸੀਂ ਸੁਣ ਲਿਓ। ਜੇ ਤੁਹਾਨੂੰ ਕਿਤੇ ਇਤਰਾਜ਼ਯੋਗ ਕੁਝ ਲੱਗੇ ਤੇ ਦੱਸ ਦਿਓ। ਸੋ ਬਾਬਾ ਜੀ ਹੋਰਾਂ ਨੇ ਰਮਾਲਾ ਸਾਹਿਬ ਹਟਾਇਆ, ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਪਹਿਲਾ ਬਚਨ ਜਿਹੜਾ ਪੜ੍ਹ ਕੇ ਸੁਣਾਇਆ, ਇਤਿਹਾਸਕਾਰ ਲਿਖਦੇ ਨੇ ਵੀ ਪਹਿਲਾ ਬਚਨ ਇਹ ਆਇਆ ਸੀ ਕਿ ਖਾਕ ਨੂਰ ਕਰਦੰ ਆਲਮ ਦੁਨਿਆਏ, ਅਸਮਾਨ ਜ਼ਿਮੀ ਦਰਖਤ ਆਬ ਪਦੈਸ਼ ਖੁਦਾਏ। ਖਾਕ ਨੂਰ ਕਰਦੰ ਦਾ ਅਰਥ ਆ ਵੀ ਇਹ ਜਿੰਨਾ ਵੀ ਕੁਦਰਤ ਰੂਪ ਵਿੱਚ ਅਸੀਂ ਪਸਰਿਆ ਪਸਾਰਾ ਵੇਖ ਰਹੇ ਹਾਂ, ਇਹ ਖੁਦਾ ਦੇ ਨੂਰ ਤੋਂ ਪੈਦਾ ਹੋਇਆ ਹੈ। ਇਹ ਗੱਲ ਇਸਲਾਮ ਵੀ ਮੰਨਦਾ ਹੈ, ਉਹ ਵੀ ਮੰਨਦਾ ਹੈ ਵੀ ਇਹ ਖੁਦਾ ਦੇ ਨੂਰ ਤੋਂ ਹੀ ਖਲਕਤ ਦਾ ਜਨਮ ਹੋਇਆ ਹੈ। ਇਹ ਬਚਨ ਸੁਣ ਕੇ ਅਕਬਰ ਸ਼ਿਕਾਇਤੀਆਂ ਵੱਲ ਵੇਖ ਕੇ ਕਹਿੰਦਾ ਵੀ ਇਹਦੇ ਵਿੱਚ ਇਤਰਾਜ਼ਯੋਗ ਕੀ ਹੈ। ਉਹ ਕਹਿਣ ਲੱਗੇ ਜੀ ਕੁਛ ਵੀ ਨਹੀਂ, ਹੋਰ ਥਾਂ ਤੋਂ ਪੜ੍ਹ ਕੇ ਸੁਣਾਓ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ ਪਰਤਦੇ ਗਏ ਅੱਗੇ ਜਾ ਕੇ ਰਾਮਕਲੀ ਰਾਗ ਵਿੱਚ ਬਚਨ ਪੜ੍ਹ ਕੇ ਸੁਣਾਏ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ ਕੋਈ ਅਲਾਏ। ਅਕਬਰ ਪੁੱਛਦਾ ਵੀ ਇਹਦੇ 'ਚ ਦੱਸੋ ਤੁਹਾਨੂੰ ਕੀ ਇਤਰਾਜ਼ਯੋਗ ਹੈ। ਇਹ ਸ਼ਿਕਾਇਤੀ ਇਹ ਕਹਿਣ ਲੱਗੇ ਜੀ ਇਤਰਾਜ਼ਯੋਗ ਹੈ, ਪਰ ਇਹ ਜਿਹੜੇ ਪਤਵੰਤੇ ਗੁਰਸਿੱਖ ਤਾਬਿਆ ਬੈਠੇ ਨੇ ਨਾ ਗ੍ਰੰਥ ਸਾਹਿਬ ਦੀ, ਇਹਨਾਂ ਨੂੰ ਤੁਸੀਂ ਆਮ ਮਾੜੇ ਮੋਟੇ ਗੁਰਸਿੱਖ ਨਾ ਜਾਣੋ, ਇਹ ਬੜੇ ਮੰਨੇ ਪਰਮੰਨੇ ਗੁਰਸਿੱਖ ਨੇ। ਇਹਨਾਂ ਨੂੰ ਤਾਂ ਸਾਰਾ ਪੋਥਾ ਸਾਹਿਬ ਜ਼ਬਾਨੀ ਕੰਠ ਹੈ। ਇਹ ਜਾਣ ਬੁੱਝ ਕੇ ਨਹੀਂ ਉੱਥੋਂ ਪੜ੍ਹਦੇ ਜਿੱਥੇ ਇਤਰਾਜ਼ਯੋਗ ਕੁਝ ਲਿਖਿਆ ਹੈ, ਇਹ ਇੱਧਰੋਂ ਉੱਧਰੋਂ ਪੜ੍ਹ ਦਿੰਦੇ ਨੇ। ਇਤਿਹਾਸਕਾਰ ਲਿਖਦੇ ਨੇ ਵੀ ਅਕਬਰ ਨੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਕਿਹਾ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤੇ ਇੱਕ ਸ਼ਿਕਾਇਤੀ ਨੂੰ ਕਹਿੰਦੇ ਆ ਵੀ ਹੱਥ ਮੂੰਹ ਧੋ ਕੇ ਤੁਹਾਡੇ ਨਾਲ ਤਾਬਿਆ ਬੈਠ ਜਾਂਦਾ ਹੈ, ਤੁਸੀਂ ਅੰਗ ਪਰਤਦੇ ਜਾਇਓ, ਜਿੱਥੇ ਜਾ ਕੇ ਸ਼ਿਕਾਇਤੀਆ ਹੱਥ ਰੱਖੇਗਾ ਤੁਸੀਂ ਉੱਥੋਂ ਪੜ੍ਹ ਕੇ ਸੁਣਾ ਦਿਓ।
ਤਾਂ ਜੋ ਇਹਨਾਂ ਦੀ ਤਸੱਲੀ ਹੋ ਜੇ, ਖਾਤਰ ਹੋ ਜੇ। ਇਵੇਂ ਕੀਤਾ ਗਿਆ। ਇੱਕ ਸ਼ਿਕਾਇਤੀਆ ਹੱਥ ਮੂੰਹ ਧੋ ਕੇ ਬਾਬਾ ਬੁੱਢਾ ਸਾਹਿਬ ਦੇ ਨਾਲ ਤਾਬਿਆ ਸੱਜ ਬੈਠਾ, ਅੰਗ ਪਰਤਦੇ ਗਏ। ਜਿੱਥੇ ਜਾ ਕੇ ਰਾਗ ਪ੍ਰਭਾਤੀ ਆਉਂਦਾ ਹੈ ਨਾ, ਸ਼ਿਕਾਇਤੀ ਕਹਿਣ ਲੱਗਾ ਜੀ ਇੱਥੋਂ ਪੜ੍ਹ ਕੇ ਸੁਣਾਓ। ਬਾਬਾ ਜੀ ਨੇ ਉੱਥੋਂ ਬਚਨ ਪੜ੍ਹ ਕੇ ਸੁਣਾਇਆ ਤੇ ਬਚਨ ਆਇਆ ਸੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸ਼ਿਕਾਇਤੀਏ ਇਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਕਿਉਂਕਿ ਸੱਚ ਨਹੀਂ ਸੀ ਨਾ। ਇਹਨਾਂ ਨੂੰ ਅਕਬਰ ਦੇ ਭਰੇ ਦਰਬਾਰ ਵਿੱਚੋਂ ਹਾਰ ਦਾ ਮੂੰਹ ਵੇਖਣਾ ਪਿਆ। ਇਹ ਪੀਲੇ ਮੂੰਹ ਲੈ ਕੇ ਵਾਪਸ ਚਲੇ ਗਏ। ਇਹ ਸਾਰੇ ਪ੍ਰਵਚਨ ਸੁਣ ਕੇ ਇਤਿਹਾਸਕਾਰ ਕਹਿੰਦੇ ਨੇ ਵੀ ਅਕਬਰ ਉੱਠਿਆ, 500 ਅਸ਼ਰਫੀਆਂ ਮੋਹਰਾਂ ਦੀ ਥੈਲੀ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ 500 ਅਸ਼ਰਫੀਆਂ ਅਰਪਣ ਕਰਕੇ ਨਾ ਤੇ ਡੰਡੇ ਵੱਤ ਮੱਥਾ ਟੇਕ ਕੇ ਇਹ ਸ਼ਬਦ ਕਹੇ ਸਨ ਅਕਬਰ ਨੇ ਕਿ ਇਹ ਤਾਂ ਰੂਹ ਨੂੰ ਤਾਜ਼ਾ ਕਰਨ ਵਾਲੇ ਪ੍ਰਵਚਨ ਨੇ। ਉਹ ਕਲਾਮ ਕਹਿੰਦੇ ਨੇ ਮੁਹੰਮਦ ਸਾਹਿਬ ਦੇ ਜਿਹੜੇ ਬਚਨ, ਉਹ ਕਹਿੰਦੇ ਮੁਹੰਮਦ ਸਾਹਿਬ ਦਾ ਕਲਾਮ, ਇਹ ਤਾਂ ਰੂਹ ਨੂੰ ਤਾਜ਼ਾ ਕਰਨ ਵਾਲਾ ਕਲਾਮ। ਇਹਦੇ ਵਿੱਚ ਇਤਰਾਜ਼ੋ ਕੀ ਹੈ? ਸੋ ਇਸ ਤਰ੍ਹਾਂ ਪਿਆਰ ਵਾਲਿਓ ਗੁਰੂ ਸਾਹਿਬ ਜੀ ਨੇ ਸਮੁੱਚੀ ਗੁਰਬਾਣੀ ਨੂੰ ਰਾਮਸਰ ਸਾਹਿਬ ਦੇ ਮੁਕਾਮ ਦੇ ਉੱਤੇ ਇਕੱਤਰ ਕਰਵਾਇਆ ਹੈ। ਤੇ ਜਦੋਂ ਸਮੁੱਚੀ ਗੁਰਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਵਾ ਲਈ ਨਾ, ਫਿਰ ਮੇਰੇ ਸਤਿਗੁਰੂ ਸਾਹਿਬ ਜੀ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਸਿੱਖ ਸੰਗਤਾਂ, ਪਤਵੰਤੇ ਗੁਰਸਿੱਖ ਸਾਰਿਆਂ ਨੂੰ ਨਾਲ ਲਿਆ ਹੈ। ਸ੍ਰੀ ਰਾਮਸਰ ਸਾਹਿਬ ਦੇ ਮੁਕਾਮ ਤੋਂ ਪੋਥਾ ਸਾਹਿਬ ਨੂੰ, ਗ੍ਰੰਥ ਸਾਹਿਬ ਨੂੰ ਬੜੇ ਅਦਬ ਸਤਿਕਾਰ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਤੇ ਪੋਥਾ ਸਾਹਿਬ ਬਿਰਾਜਮਾਨ ਕੀਤੇ ਨੇ। ਆਪ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚੌਰ ਦੀ ਸੇਵਾ ਕਰਦਿਆਂ ਸੰਗਤ ਦੇ ਨਾਲ ਬੜੇ ਅਦਬ ਸਤਿਕਾਰ ਨਾਲ ਪੋਥਾ ਸਾਹਿਬ ਨੂੰ ਹਰਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕਰਨ ਵਾਸਤੇ ਬੜੇ ਅਦਬ ਸਤਿਕਾਰ ਨਾਲ ਲੈ ਕੇ ਪੁੱਜੇ ਨੇ। ਇਤਿਹਾਸਕਾਰ ਇਹ ਲਿਖਦੇ ਨੇ ਵੀ ਉਸ ਵੇਲੇ ਗੁਰੂ ਦਰਬਾਰ ਦੇ ਕੀਰਤਨੀਏ ਆਸਾ ਜੀ ਕੀ ਵਾਰ ਦਾ ਕੀਰਤਨ ਕਰ ਰਹੇ ਸਨ। ਅੱਜ ਵੀ ਤੁਸੀਂ ਵੇਖੋ ਨਾ, ਜਦੋਂ ਕੋਠਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਵਰੂਪ ਦਰਬਾਰ ਸਾਹਿਬ ਆਉਂਦਾ ਹੈ, ਅਦਬ ਸਤਿਕਾਰ ਨਾਲ ਲਿਆਂਦਾ ਜਾਂਦਾ ਹੈ। ਅੱਗੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਹੈ। ਉੱਥੇ ਫਿਰ ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ, ਪ੍ਰਕਾਸ਼ ਹੁੰਦਾ, ਅਦਬ ਸਤਿਕਾਰ ਨਾਲ ਹੁਕਮਨਾਮਾ ਸਾਹਿਬ ਲਿਆ ਜਾਂਦਾ ਹੈ। ਇਸੇ ਤਰ੍ਹਾਂ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਸਾਹਿਬ ਜਦੋਂ ਪੋਥਾ ਸਾਹਿਬ ਲੈ ਕੇ ਸ੍ਰੀ ਦਰਬਾਰ ਸਾਹਿਬ ਪੁੱਜਦੇ ਨੇ ਤੇ ਉਸ ਵੇਲੇ ਆਸਾ ਜੀ ਕੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਹੈ। ਬਚਨ ਆਉਂਦਾ ਹੈ, ਹਰ ਮੰਦਰ ਮੈਂ ਜਾਏ ਪਹੁੰਚੇ। ਗੁਰੂ ਸਾਹਿਬ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਸੰਗਤਾਂ ਦੇ ਨਾਲ ਬੜੇ ਅਦਬ ਸਤਿਕਾਰ ਨਾਲ ਪੋਥਾ ਸਾਹਿਬ ਨੂੰ ਲੈ ਕੇ ਹਰਮੰਦਰ ਸਾਹਿਬ ਪਹੁੰਚਦੇ ਨੇ। ਹਰ ਮੰਦਰ ਮੈਂ ਆਏ ਪਹੁੰਚੈ, ਰਾਗੀ ਰਾਗ ਕਰਤ ਸੁਰ ਉੱਚੇ। ਗੁਰੂ ਦਰਬਾਰ ਦੇ ਜਿਹੜੇ ਰਾਗੀ ਕੀਰਤਨੀਏ ਸਿੰਘ ਨੇ ਉੱਚੀ ਸੁਰ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ। ਬਚਨ ਲਿਖਿਆ ਮਿਲਦਾ ਹੈ ਕਿ ਭੋਗ ਵਾਰ ਕੋ ਸੁਣ ਮਨ ਲਾਈ। ਇੱਕ ਪੀੜਾ ਸਾਹਿਬ ਦੇ ਉੱਤੇ ਬੜੇ ਅਦਬ ਸਤਿਕਾਰ ਨਾਲ ਗ੍ਰੰਥ ਸਾਹਿਬ ਪੋਥਾ ਸਾਹਿਬ ਜੀ ਨੂੰ ਬਿਰਾਜਮਾਨ ਕਰ ਦਿੱਤਾ ਗਿਆ ਹੈ। ਆਪ ਸਤਿਗੁਰੂ ਸੰਗਤਾਂ ਦੇ ਨਾਲ ਸੰਗਤ ਵਿੱਚ ਬਿਰਾਜਮਾਨ ਹੋ ਗਏ ਨੇ। ਕੀਰਤਨ ਨੂੰ ਬੜੇ ਅਦਬ ਸਤਿਕਾਰ ਨਾਲ ਮਨ ਦੇ ਕੇ ਸੁਣਿਆ। ਭੋਗ ਵਾਰ ਕੋ ਸੁਣ ਮਨ ਲਾਈ, ਤਬ ਸ੍ਰੀ ਅਰਜਨ ਗਿਰਾ ਲਾਈ। ਜਦੋਂ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ ਨਾ, ਸਮਾਪਤੀ ਹੋ ਗਈ, ਫਿਰ ਮੇਰੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਉਚਾਰਨ ਕੀਤੇ ਕਿ ਭੋਗ ਵਾਰ ਕੋ ਸੁਣ ਮਨ ਲਾਈ, ਤਬ ਸ੍ਰੀ ਅਰਜਨ ਗਿਰਾ ਅਲਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਅੱਜ ਵੀ ਤੁਸੀਂ ਨਿਹੰਗ ਸਿੰਘ ਫੌਜਾਂ ਨੂੰ ਤੱਕੋ ਨਾ, ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਦਾ ਹੁਕਮਨਾਮਾ ਲੈਣਾ ਹੈ ਜਾਂ ਮੁੱਖ ਵਾਕ ਕੀ ਆਇਆ ਹੈ, ਉਹ ਕਹਿੰਦੇ ਨੇ ਗੁਰੂ ਸਾਹਿਬ ਦਾ ਵਾਜਾ ਲੈਣਾ ਹੈ, ਭਾਵ ਹੁਕਮ ਲੈਣਾ ਹੈ। ਭੋਗ ਵਾਰ ਕੋ ਸੁਣ ਮਨ ਲਾਈ, ਤਬ ਸ੍ਰੀ ਅਰਜਨ ਗਿਰਾ ਅਲਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ। ਬਾਬਾ ਜੀ ਆਵਾਜ਼ਾਂ ਲਓ, ਹੁਕਮਨਾਮਾ ਲਓ ਤੇ ਸੰਗਤਾਂ ਨੂੰ ਸੁਣਾਓ, ਸੰਗਤਾਂ ਸੁਣ।
ਤੇ ਬਾਬਾ ਜੀ ਹੋਰਾਂ ਨੇ ਹੁਕਮ ਲੈ ਕੇ ਸੰਗਤਾਂ ਨੂੰ ਸੁਣਾਇਆ ਹੈ। ਸੰਗਤਾਂ ਨੇ ਅਦਬ ਸਤਿਕਾਰ ਨਾਲ ਉਸ ਹੁਕਮ ਨੂੰ ਸੁਣਿਆ। ਇੱਥੇ ਵਿਚਾਰਵਾਨ ਇਹ ਵੀ ਇਤਿਹਾਸਕਾਰ ਲਿਖਦੇ ਨੇ ਵੀ ਸੰਗਤਾਂ ਨੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕੁਛ ਮਨ ਦੇ ਜਿਹੜੇ ਸਵਾਲ ਸਨ, ਸੁਭਾਵਿਕ ਹੈ ਨਾ ਮਨ ਦੇ ਵਿੱਚ ਪ੍ਰਸ਼ਨਾਂ ਦਾ ਉੱਠਣਾ, ਉਸ ਵੇਲੇ ਸਿੱਖ ਸੰਗਦੇ ਨਹੀਂ ਸੀ ਹੁੰਦੇ। ਮਨ ਵਿੱਚ ਕੋਈ ਸਵਾਲ ਪੈਦਾ ਹੋਇਆ ਹੈ ਨਾ, ਪ੍ਰਸ਼ਨ ਨੇ ਜਨਮ ਲੈ ਲਿਆ ਤੇ ਪਤਵੰਤੇ ਗੁਰਸਿੱਖਾਂ ਨੂੰ ਪੁੱਛ ਲੈਂਦੇ ਸਨ, ਜਾਂ ਗੁਰੂ ਸਾਹਿਬ ਨੂੰ ਪੁੱਛਣ ਵਿੱਚ ਵੀ ਗੁਰੇਜ਼ ਨਹੀਂ ਸੀ ਕਰਦੇ ਵੀ ਮਹਾਰਾਜ ਮਨ ਦਾ ਖਿਆਲ ਹੈ, ਤੁਹਾਡਾ ਕੀ ਵਿਚਾਰ ਹੈ। ਇੱਕ ਪ੍ਰਸ਼ਨ ਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕੀਤਾ ਹੈ ਕਿ ਸਿੱਖ ਸੰਗਤਾਂ ਨੇ ਜਦੋਂ ਹਰਿਮੰਦਰ ਸਾਹਿਬ ਵਿੱਚ ਪੋਥਾ ਸਾਹਿਬ ਪ੍ਰਕਾਸ਼ਮਾਨ ਹੋ ਗਏ, ਉੱਚੇ ਸਿੰਘਾਸਣ ਦੇ ਉੱਤੇ ਬਾਣੀ ਦਾ ਪ੍ਰਕਾਸ਼ ਹੈ, ਆਪ ਸਤਿਗੁਰੂ ਸੰਗਤ ਵਿੱਚ ਜ਼ਮੀਨ ਤੇ ਬਿਰਾਜਮਾਨ ਹੋਏ ਨੇ। ਇੰਨਾ ਅਦਬ ਸਤਿਕਾਰ ਬਾਣੀ ਦਾ ਵੇਖ ਕੇ ਤੇ ਸੰਗਤ ਸਤਿਗੁਰਾਂ ਨੂੰ ਪੁੱਛਦੀ ਹੈ ਵੀ ਮਹਾਰਾਜ ਜਦੋਂ ਤੁਸੀਂ ਸਰੀਰਕ ਤੌਰ ਤੇ ਅਜੇ ਸਾਡੇ ਵਿੱਚ ਸਲਾਮਤ ਹੋ ਤੇ ਮਹਾਰਾਜ ਫਿਰ ਬਾਣੀ ਨੂੰ ਆਪਣੇ ਤੋਂ ਉੱਚੇ ਸਿੰਘਾਸਣ ਤੇ ਬਿਰਾਜਮਾਨ ਕਰਕੇ ਇੰਨਾ ਸਤਿਕਾਰ ਦੇਣਾ, ਇੰਨਾ ਅਦਬ ਕਰਨਾ ਕਿਉਂ ਮਹਾਰਾਜ, ਕੀ ਕਾਰਨ ਆ। ਗੁਰੂ ਸਾਹਿਬ ਨੇ ਉੱਥੇ ਬਚਨ ਕਹੇ ਸਨ ਵੀ ਸਤਿਗੁਰ ਕੇਰ ਸਰੀਰ ਹੈ ਜੋ, ਗਿਆਨੀ ਸੰਤੋਖ ਸਿੰਘ ਜੀ ਦੇ ਬਚਨ। ਸਿੱਖੋ ਸਰੀਰ ਭਾਵੇਂ ਸਾਡਾ ਵੀ ਹੈ, ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਹਿ ਦਰਸੈ ਹੈ। ਅਸੀਂ ਹੁਣ ਸਰੀਰ ਕਰਕੇ ਤੁਹਾਡੇ ਵਿੱਚ ਆ ਨਾ, ਅੰਮ੍ਰਿਤਸਰੀਆਂ ਵਿੱਚ ਬੈਠੇ ਆ, ਅੰਮ੍ਰਿਤਸਰ ਦੀਆਂ ਸਿੱਖ ਸੰਗਤਾਂ ਸਾਡੇ ਦਰਸ਼ਨ ਕਰ ਸਕਦੀਆਂ। ਇੱਥੋਂ ਲਾਹੌਰ ਵਾਲੇ ਕਹਿਣ ਗੁਰੂ ਦੇ ਦਰਸ਼ਨ ਕਰਨੇ ਆ, ਜਾਂ ਸਾਨੂੰ ਲਾਹੌਰ ਜਾਣਾ ਪਵੇਗਾ ਜਾਂ ਉਹਨਾਂ ਨੂੰ ਲਾਹੌਰੋਂ ਇੱਥੇ ਆਉਣਾ ਪਵੇਗਾ। ਇਸ ਲਈ ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਹਿ ਦਰਸੈ ਹੈ। ਗ੍ਰੰਥ ਰਿਦਾ ਗੁਰ ਕੋਇ ਜਾਨੋ, ਇਹ ਗ੍ਰੰਥ ਗੁਰੂ ਕਾ ਹਿਰਦਾ ਹੈ, ਉੱਤਮ ਹੈ। ਵਿਸ਼ੇਸ਼ਤਾ ਵੇਖੋ ਕਿਹੜੀ ਕਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਗ੍ਰੰਥ ਰਿਦਾ ਗੁਰ ਕੋਇ ਜਾਨੋ ਉੱਤਮ ਹੈ, ਸਭ ਕਾਲ ਰਹੇ ਹੈ। ਬਾਣੀ ਨੇ ਗ੍ਰੰਥ ਨੇ ਸਦੀਵੀ ਕਾਲ ਰਹਿਣਾ, ਸਰੀਰ ਨੇ ਸਦੀਵੀ ਕਾਲ ਨਹੀਂ ਰਹਿਣਾ। ਇਸ ਲਈ ਇਹ ਸਾਡੇ ਸਰੀਰ ਦੇ ਨਾਲੋਂ ਵੀ ਵਧੇਕ ਪੂਜਣਯੋਗ ਹੈ, ਸਤਿਕਾਰਯੋਗ ਹੈ ਬਾਣੀ। ਤੇ ਵੇਖੋ ਸਰੀਰਕ ਹਜਾਤੀ ਦੇ ਹੁੰਦਿਆਂ ਹੀ ਗੁਰੂ ਸਾਹਿਬ ਨੇ ਇਹ ਬਚਨ ਫਰਮਾ ਦਿੱਤੇ ਨੇ। ਉਹ ਘਟਨਾ ਤਾਂ ਤੁਸੀਂ ਬਿਰਧ ਮਾਈ ਦੀ ਸਾਰਿਆਂ ਨੇ ਗਾਏ ਬਗਾਏ ਸੁਣੀ ਆ ਨਾ, ਵੀ ਇੱਕ ਬਿਰਧ ਮਾਈ ਕਿਸੇ ਬਾਬਾ ਜੀ ਕੋਲ ਨਾਮ ਰਸੀਏ ਕੋਲ ਤੁਰ ਗਈ ਤੇ ਜਾ ਕੇ ਕਹਿਣ ਲੱਗੀ ਵੀ ਬਾਬਾ ਜੀ ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਉਹ ਬਾਬਾ ਜੀ ਨਾਮ ਦੇ ਰਸੀਏ ਸੀ, ਪਖੰਡੀ ਨਹੀਂ ਸੀ ਨਾ। ਪਖੰਡੀ ਹੁੰਦਾ ਤੇ ਕਹਿੰਦਾ ਮਾਈ ਟੇਕ ਮੱਥਾ, ਮੈਂ ਤੇਰਾ ਗੁਰੂ ਤਿਆ ਤੈਨੂੰ ਨਾਮਦਾਨ ਦਿੱਤਾ ਹੈ। ਪਖੰਡੀ ਨਹੀਂ ਸੀ, ਨਾਮ ਦਾ ਰਸੀਆ ਸੀ, ਭੈ ਭਾਵਨੀ ਵਾਲਾ ਸੀ। ਤੇ ਕਹਿੰਦੇ ਨੇ ਵੀ ਉਸ ਮਾਈ ਨੂੰ ਉਹ ਨਾਮ ਰਸੀਆ ਪੁੱਛਣ ਲੱਗਾ ਵੀ ਮਾਂ 37 32 ਤੇਰੀ ਉਮਰ ਹੋ ਗਈ ਹੈ ਤੇ ਅਜੇ ਤੂੰ ਗੁਰੂ ਧਾਰਨ ਨਹੀਂ ਕੀਤਾ। ਕਹਿਣ ਲੱਗੀ ਵੀ ਨਹੀਂ ਬਾਬਾ ਜੀ, ਜਦੋਂ ਮੈਂ ਛੋਟੀ ਸਾਂ ਨਾ, 4ਵੀਂ 5ਵੀਂ ਕਲਾਸ ਵਿੱਚ ਪੜ੍ਹਦੀ ਸਾਂ, ਉਦੋਂ ਇੱਕ ਗੁਰੂ ਬਣਾਇਆ ਸੀ। ਉਹ ਗੁਰੂ ਚੱਲ ਵਸਿਆ, ਫਿਰ ਮੈਂ ਵਿਆਹੀ ਗਈ, ਮੈਂ ਤੇ ਮੇਰੇ ਪਤੀ ਨੇ ਇੱਕ ਹੋਰ ਗੁਰੂ ਧਾਰਨ ਕੀਤਾ। ਥੋੜ੍ਹੇ ਸਮੇਂ ਬਾਅਦ ਉਹ ਵੀ ਕਾਲ ਚਲਾਣਾ ਕਰ ਗਏ, ਫਿਰ ਅਸੀਂ ਇੱਕ ਹੋਰ ਲੱਭਿਆ ਤੇ ਬਾਬਾ ਜੀ ਥੋੜ੍ਹੇ ਦਿਨ ਹੋਏ ਨੇ ਉਹ ਵੀ ਕਾਲ ਚਲਾਣਾ ਕਰ ਗਏ ਨੇ। ਬਾਬਾ ਜੀ ਹੱਸ ਕੇ ਕਹਿਣ ਲੱਗੇ ਵੀ ਮਾਈ ਹੁਣ ਤੂੰ ਮੇਰਾ ਭੋਗ ਪਾਉਣ ਦੇ ਇਰਾਦੇ ਨਾਲ ਆਈ ਹੈ। ਸੋ ਕਹਿਣ ਤੋਂ ਭਾਵ ਉਹ ਨਾਮ ਦਾ ਰਸੀਆ ਬਿਰਧ ਮਾਈ ਦਾ ਡੰਗੋਰੀ ਵਾਲਾ ਕੰਬ ਦਾ ਹੱਥ ਫੜ ਕੇ ਕਹਿਣ ਲੱਗਾ ਵੀ ਆ ਮਾਂ ਹੁਣ ਤੀਕ ਤੂੰ ਕੱਚਿਆਂ ਨੂੰ ਹੀ ਗੁਰੂ ਬਣਾਇਆ ਹੈ ਤੇ ਵੇਖ ਜਿਹੜੇ ਤੇਰੇ ਤੋਂ ਪਹਿਲਾਂ ਜਹਾਨੋਂ ਤੁਰ ਗਏ ਨੇ, ਆ ਹੁਣ ਜਿਹੜੇ ਗੁਰੂ ਦੇ ਲੜ ਮੈਂ ਤੈਨੂੰ ਲਾਉਣ ਲੱਗਿਆ ਨਾ, ਤੂੰ ਭਾਵੇਂ 1000 ਵਾਰ ਮਰ ਮਰ ਕੇ ਦੁਬਾਰਾ ਜਨਮ ਲੈ ਕੇ ਆਈ, ਪਰ ਤੇਰਾ ਗੁਰੂ ਨਹੀਂ ਉਹ ਬਦਲਣਾ, ਗੁਰੂ ਉਹੀ ਰਹਿਣਾ। ਜਿਸ ਅਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੀ ਨਾ, ਬਿਰਧ ਮਾਈ ਦਾ ਹੱਥ ਫੜ ਕੇ ਡੰਗੋਰੀ ਵਾਲਾ ਕੰਬ ਦੇ ਹੱਥਾਂ ਨਾਲ ਉਸ ਬਿਰਧ ਮਾਈ ਨੂੰ ਲਿਜਾ ਕੇ ਕਹਿਣ ਲੱਗਾ ਮਾਂ ਟੇਕ ਮੱਥਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਲੈ ਅੱਜ ਤੋਂ ਬਾਅਦ ਤੈਨੂੰ ਦੁਬਾਰਾ ਪਰਤ ਕੇ ਵਾਰ-ਵਾਰ ਗੁਰੂ ਲੱਭਣ ਦੀ ਲੋੜ ਨਹੀਂ ਪੈਣੀ।
ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਪੰਜਵੇਂ ਸਤਿਗੁਰਾਂ ਨੇ ਬਚਨ ਕਹੇ ਸਨ ਵੀ ਗ੍ਰੰਥ ਰਿਦਾ ਗੁਰ ਕੋਏ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ। ਵੇਖੋ ਨਾ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਇੱਥੋਂ ਤੁਸੀਂ 200 ਮੀਲ ਹੋਰ ਦੂਰ ਚਲੇ ਜਾਓ, ਉੱਥੇ ਵੀ ਗੁਰਦੁਆਰਾ ਸਾਹਿਬ ਦਾ ਅਸਥਾਨ ਦੇ ਉੱਤੇ ਸੰਗਤਾਂ ਇਕੱਤਰ ਨੇ, ਪ੍ਰਕਾਸ਼ਮਾਨ ਹੈ ਗੁਰੂ। ਸ਼ਬਦ ਕਰਕੇ ਗੁਰੂ ਸਦੀਵੀ ਕਾਲ ਹੈ, ਸਾਰੀਆਂ ਥਾਵਾਂ ਤੇ ਸਿੱਖ ਦੇ ਨਾਲ ਹੈ। ਵੇਖੋ ਨਾ, ਅਸੀਂ ਖੇਤਾਂ ਵਿੱਚ ਹਾਲ ਚਲਾ ਰਹੇ ਹੋਈਏ, ਜਾਪਜੀ ਸਾਹਿਬ ਗੁਰਬਾਣੀ ਕੰਠ ਹੈ, ਬਾਣੀ ਪੜਾਂਗੇ ਗੁਰੂ ਨਾਲ ਹੈ। ਜਿਹੜਾ ਬਚਨ ਆਪਾਂ ਪੜ੍ਹਦੇ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੁਸੀਂ ਕਾਰ ਡਰਾਈਵ ਕਰ ਰਹੇ ਹੋ, ਖੇਤਾਂ 'ਚ ਹਲ ਵਾਹ ਰਹੇ ਹੋ, ਘਰ ਦਾ ਕੰਮ ਧੰਦਾ ਕਰ ਰਹੇ ਹੋ, ਗੁਰਬਾਣੀ ਪੜ੍ਹੀਏ, ਬਾਣੀ ਕੰਠ ਹੈ, ਗੁਰੂ ਬਾਣੀ ਕਰਕੇ ਨਾਲ ਹੈ। ਤੁਸੀਂ ਪਲੇਨ ਵਿੱਚ ਸਫ਼ਰ ਕਰ ਰਹੇ ਹੋ, ਟ੍ਰੇਨ 'ਚ ਕਰ ਰਹੇ ਹੋ, ਬੱਸ 'ਚ ਕਰ ਰਹੇ ਹੋ, ਗੁਰਬਾਣੀ ਪੜ੍ਹੋ, ਗੁਰੂ ਬਾਣੀ ਕਰਕੇ ਸਿੱਖ ਦੇ ਨਾਲ ਹੈ। ਸੋ ਗੁਰੂ ਸਾਹਿਬ ਜੀ ਨੇ ਸ਼੍ਰੀ ਰਾਮਸਰ ਸਾਹਿਬ ਦੇ ਮੁਕਾਮ ਤੋਂ ਇਸ ਤਰ੍ਹਾਂ ਬੜੇ ਅਦਬ ਸਤਿਕਾਰ ਨਾਲ ਪੋਥਾ ਸਾਹਿਬ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਕੀਤਾ ਹੈ, ਅਦਬ ਸਤਿਕਾਰ ਨਾਲ। ਆਪ ਸਤਿਗੁਰੂ ਜੀ ਉਸ ਦਿਨ ਤੋਂ ਬਾਅਦ ਆਪਣਾ ਜਿਹੜਾ ਆਸਨ ਹੈ ਉਹ ਭੋਏ ਤੇ ਸੰਗਤ ਵਿੱਚ ਜ਼ਮੀਨ ਦੇ ਉੱਤੇ ਆਸਨ ਲਾਉਣਾ ਸ਼ੁਰੂ ਕਰਤਾ ਸੀ। ਪੰਜਵੇਂ ਜਾਮੇ ਤੋਂ ਹੀ ਬਾਣੀ ਦਾ ਅਦਬ ਸਤਿਕਾਰ ਹਜ਼ੂਰ ਨੇ ਇਸ ਕਦਰ ਬਖਸ਼ਿਸ਼ ਕੀਤਾ ਹੈ। ਤੇ ਵੇਖੋ ਪਿਆਰ ਵਾਲਿਓ, ਸਤਿਗੁਰਾਂ ਨੇ ਸਾਨੂੰ ਬਾਣੀ ਦੇ ਲੜ ਲਾਇਆ ਹੈ। ਅੱਜ ਵੀ ਗੁਰੂ ਕੀ ਬਾਣੀ ਸਾਡੇ ਜੀਵਨ ਦੀ ਅਗਵਾਈ, ਜੀਵਨ ਦੀ ਰਹਿਨਮਾਈ ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ ਕਰ ਰਹੀ ਹੈ। ਅਸੀਂ ਨਹੀਂ ਵੀ ਹੋਵਾਂਗੇ, ਸਾਡੇ ਤੋਂ ਬਾਅਦ ਆਉਣ ਵਾਲੀਆਂ ਸਾਡੀ ਉਮਤ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਅਗਵਾਈ ਗੁਰੂ ਕੀ ਬਾਣੀ ਨੇ ਕਰਨੀ ਹੈ। ਇਸ ਲਈ ਲੋੜ ਹੈ ਅਸੀਂ ਗੁਰਬਾਣੀ ਪੜ੍ਹੀਏ, ਗੁਰਬਾਣੀ ਗਾਵੀਏ, ਗੁਰਬਾਣੀ ਨੂੰ ਵੱਧ ਤੋਂ ਵੱਧ ਜਿੰਨਾ ਅਭਿਆਸ ਕਰ ਸਕੀਏ। ਹਰ ਸਿੱਖ ਨੂੰ ਲੱਗਦੇ ਵਾ ਸਹਿਜ ਪਾਠ ਰੂਪ ਦੇ ਰਾਹੀਂ ਗੁਰਬਾਣੀ ਨੂੰ ਘਰਾਂ ਵਿੱਚ ਪਰਿਵਾਰ ਮਿਲ ਕੇ ਵੀ ਅਸੀਂ ਨਾ ਗੁਰੂ ਕੀ ਬਾਣੀ ਦਾ ਅਭਿਆਸ ਸਹਿਜ ਪਾਠ ਰੂਪ ਰਾਹੀਂ ਜ਼ਰੂਰ ਕਰਨਾ ਚਾਹੀਦਾ ਹੈ। ਸੋ ਇਸ ਲਈ ਆਪ ਸਰਬੱਤ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਵਧਾਈਆਂ ਦਿੰਦਿਆਂ ਹੋਇਆਂ ਗੁਰੂ ਸਾਹਿਬ ਆਪ ਸਰਬੱਤ ਸੰਗਤਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਬਾਣੀ ਦੀ ਦਾਤ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਬਖਸ਼ਿਸ਼ ਕਰਕੇ ਨਵਾਜਨ। ਸੋ ਪਿਆਰ ਵਾਲਿਓ, ਮਿਲਿਆ ਹੋਇਆ ਸਮਾਂ ਜਿਹੜਾ ਹੈ ਉਹ ਸਮਾਪਤ ਹੈ।